ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੇ ਵਿੱਚ ਅੱਜ ਅਸੀਂ ਦੂਜੇ ਫੇਜ਼ ਦੇ ਵਿੱਚ ਚਲੇ ਗਏ ਹੈਗੇ ਆ, ਰੀਓਪਨਿੰਗ ਦੇ ਵਿੱਚ। ਤੇ ਓਨਟੇਰੀਓ ਦੇ ਵਿੱਚ ਵੀ ਅੱਜ ਨਵੀਂ ਅਨਾਉਂਸਮੈਂਟ ਆਈ ਹੈ ਕਿ ਉੱਥੇ ਵੀ ਫੇਜ਼ 1 ਦੇ ਤਹਿਤ ਜੋ ਬਿਜ਼ਨਸ ਨੇ ਉਹ ਖੁੱਲ ਰਹੇ ਨੇ। ਕੀ ਕੁਝ ਹੋ ਰਿਹਾ ਓਨਟੇਰੀਓ ਦੇ ਵਿੱਚ, ਇਹ ਸਾਰੀ ਜਾਣਕਾਰੀ ਲੈਣ ਦੇ ਲਈ ਅੱਜ ਮੇਰੇ ਨਾਲ ਸੀਨੀਅਰ ਜਰਨਲਿਸਟ ਪੰਜਾਬੀ ਪੋਸਟ ਤੋਂ ਮਿਸਟਰ ਜਗਦੀਸ਼ ਗਰੇਵਾਲ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਅਪਡੇਟਸ ਨੂੰ। ਸੋ ਮਿਸਟਰ ਗਰੇਵਾਲ, ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਅਰਸ਼ਦੀਪ ਜੀ, ਤੁਹਾਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਥੈਂਕ ਯੂ ਫਰਸਟ ਆਫ ਆਲ ਕਿ ਤੁਸੀਂ ਸਾਡੇ ਨਾਲ ਜੁੜੇ ਹੈਗੇ ਆ ਤੇ ਸਾਨੂੰ ਅਪਡੇਟ ਕਰ ਰਹੇ ਆ ਓਨਟੇਰੀਓ ਦੇ ਬਾਰੇ। ਸੋ ਓਨਟੇਰੀਓ ਦੇ ਵਿੱਚ ਕੇਸ ਵੱਧ ਰਹੇ ਨੇ ਪਰ ਫਿਰ ਵੀ ਰੀਓਪਨ ਕੀਤਾ ਜਾ ਰਿਹਾ ਹੈਗਾ ਆ। ਕੀ ਲੋਕ ਸੋਚ ਰਹੇ ਨੇ ਇਸ ਨੂੰ ਲੈ ਕੇ? ਜੀ, ਔਰ ਕੇਸ ਜਿਹੜੇ ਪਹਿਲਾਂ ਨਾਲੋਂ ਜਿਹੜੀ ਕਰਵ ਆ ਉਹ ਕਾਫੀ ਫਲੈਟਨ ਹੋਈ ਹੈ। ਪਹਿਲਾਂ ਆਪ ਸੀਗੇ ਕੇਸ ਹਰ ਰੋਜ਼ ਲਾਈਕ 400 ਪਲੱਸ ਆਉਣ ਲੱਗੇ ਸੀਗੇ ਤੇ ਹੁਣ ਰੀਸੈਂਟਲੀ ਜਦੋਂ ਅਸੀਂ ਦੇਖਦੇ ਹਾਂ ਨੰਬਰ ਇਹ 300 350 ਦੇ ਕਰੀਬ ਪਰ ਡੇ ਆ ਜਿਹੜੇ ਉਹ ਇਨਕਰੀਜ਼ ਹੋ ਰਹੇ ਨੇ। ਲਾਈਕ ਇੱਥੇ ਇਹਨਾਂ ਦਾ ਟਾਰਗੇਟ ਸੀਗਾ ਪਹਿਲਾਂ ਕਿ ਕਰਵ ਨੂੰ ਫਲੈਟ ਕੀਤਾ ਜਾਵੇ, ਨੰਬਰਾਂ ਨੂੰ ਇੱਕ ਥਾਂ ਦੇ ਉੱਤੇ ਰੁਕਿਆ ਜਾਵੇ। ਉਹਦੇ 'ਚ ਇਹ ਕਾਫੀ ਹੱਦ ਤੱਕ ਸਕਸੈਸਫੁਲ ਹੋ ਚੁੱਕੇ ਨੇ। ਤੇ ਹੁਣ ਅੱਜ ਜਿਹੜੀ ਅਨਾਉਂਸਮੈਂਟ ਹੈ ਫੇਜ਼ ਫਸਟ ਰੀਓਪਨਿੰਗ ਦੀ, ਉਹ ਇਹਨਾਂ ਨੇ ਅਨਾਉਂਸ ਕੀਤੀ ਹੈ, ਜਿਹਦੇ 'ਚ ਕਾਫੀ ਬਿਜ਼ਨੈਸਿਸ ਨੇ ਅੱਜ ਖੁੱਲ੍ਹ ਰਹੇ ਨੇ। ਕਾਫੀ ਦਿਨਾਂ ਬਾਅਦ ਕੁਝ ਲੋਕਾਂ ਨੂੰ ਰਾਹਤ ਹੈ ਜਿਹੜੀ ਉਹ ਮਿਲ ਰਹੀ ਹੈ। ਇਹਦੇ 'ਚ ਮੈਂ ਮੋਟੇ ਬਿਜ਼ਨਸ ਦੱਸਣਾ ਚਾਹਾਂਗਾ ਅੰਟਾਰੀਓ ਦੇ ਵਿੱਚ ਜਿਹੜੇ ਖੁੱਲ੍ਹ ਰਹੇ ਨੇ। ਸਭ ਤੋਂ ਪਹਿਲਾਂ ਤਾਂ ਕੰਸਟਰਕਸ਼ਨ ਹੈ। ਕੰਸਟਰਕਸ਼ਨ ਦੇ ਨਾਲ ਰਿਲੇਟਡ ਬਹੁਤ ਸਾਰੇ ਕੰਮ ਸੀਗੇ ਜਿਹੜੇ ਠੱਪ ਹੋ ਗਏ ਸੀਗੇ। ਸੋ ਹੁਣ ਕੰਸਟਰਕਸ਼ਨ ਪੂਰੀ ਫੁੱਲ ਫਲੇਜ ਦੇ ਉੱਤੇ ਖੋਲ੍ਹ ਦਿੱਤੀ ਗਈ ਹੈ। ਪਹਿਲਾਂ ਜਿਹੜੀ ਸਿਰਫ ਕੰਸਟਰਕਸ਼ਨ ਅਲਾਓ ਸੀਗੀ ਬੀਤੇ ਮਾਰਚ ਤੋਂ ਬਾਅਦ ਕੀਤੀ ਸੀ ਇਹਨਾਂ ਨੇ, ਜਾਂ ਫਿਰ ਹਸਪੀਟਲ ਦੀ ਕੰਸਟਰਕਸ਼ਨ, ਰੋਡਸ, ਬ੍ਰਿਜਸ, ਕੋਈ ਵੀ ਐਸੈਂਸ਼ੀਅਲ ਜਿਹੜੀ ਕੰਸਟਰਕਸ਼ਨ ਸੀਗੀ ਐਮਰਜੈਂਸੀ ਦੇ ਲਈ ਉਹ ਅਲਾਓ ਸੀਗੀ। ਪਰ ਅੱਜ ਤੋਂ ਜਨਰਲ ਕੰਸਟਰਕਸ਼ਨ ਖੁੱਲ੍ਹਣ ਦੇ ਨਾਲ ਬਹੁਤ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲੀ ਹੈ। ਨਵੇਂ ਘਰਾਂ ਦੀ ਜਿਹੜੀ ਕੰਸਟਰਕਸ਼ਨ ਰੁਕ ਚੁੱਕੀ ਸੀ, ਕਾਂਡੋ ਅਪਾਰਟਮੈਂਟਸ ਦੀ ਕੰਸਟਰਕਸ਼ਨ ਰੁਕ ਚੁੱਕੀ ਸੀ, ਉਹਨਾਂ ਬਹੁਤ ਸਾਰੇ ਵਰਕਰ ਨੇ ਜਿਹੜੇ ਵਿਹਲੇ ਹੋ ਗਏ ਸੀਗੇ। ਸੋ ਉਹਨਾਂ ਨੂੰ ਲੈ ਕੇ ਅੱਜ ਜਿੱਥੇ ਇਹਦੇ ਨਾਲ ਰਿਲੇਟਡ ਪੇ ਟਰੱਕਿੰਗ ਵਾਲੇ ਨੇ, ਇਹ ਸਾਰੇ ਕੰਮ ਦੁਬਾਰਾ ਤੋਂ ਅੱਜ ਲੋਕ ਕੰਮਾਂ ਦੇ ਉੱਤੇ ਜੁੜ ਗਏ ਨੇ। ਪਲੱਸ ਬਹੁਤ ਸਾਰੇ ਆਪਣੇ ਲੋਕ ਜਿਹੜੇ ਰੈਨੋਵੇਸ਼ਨ ਕਰਦੇ ਸਨ, ਉਹਨਾਂ ਦਾ ਵੀ ਕੰਮ ਅੱਜ ਤੋਂ ਦੁਬਾਰਾ ਸ਼ੁਰੂ ਹੋ ਗਿਆ। ਸੋ ਇੱਕ ਵੱਡਾ ਬਿਜ਼ਨਸ ਆ ਜਿਹੜਾ ਸਭ ਤੋਂ ਖੁੱਲਿਆ ਅੱਜ, ਉਹ ਕੰਸਟਰਕਸ਼ਨ ਦਾ ਬਿਜ਼ਨਸ ਹੈ। ਉਸ ਤੋਂ ਬਾਅਦ ਫਿਰ ਜਿਹੜੇ ਹੈਲਥ ਸਰਵਿਸਿਜ਼ ਦੇ ਵਿੱਚ ਨੇ, ਸਰਜਰੀਜ਼ ਜਿਹੜੀਆਂ ਬਹੁਤ ਸਾਰੀਆਂ ਰੁਕੀਆਂ ਗਈਆਂ ਸੀਗੀਆਂ ਆਲ ਓਵਰ ਕੈਨੇਡਾ। 50,000 ਪਲੱਸ ਸਰਜਰੀਜ਼ ਰੋਕ ਦਿੱਤੀਆਂ ਗਈਆਂ ਸੀ। ਇਸੇ ਤਰ੍ਹਾਂ ਹੀ ਇੱਥੇ ਰੁਕੀਆਂ ਸੀਗੀਆਂ ਸਰਜਰੀਜ਼, ਕੋਈ ਵੀ ਸਰਜਰੀ ਕਿਸੇ ਤਰ੍ਹਾਂ ਦੀ ਨਹੀਂ ਹੋ ਰਹੀ ਸੀਗੀ। ਸੋ ਉਹਨਾਂ ਨੂੰ ਅਲਾਓ ਕਰ ਦਿੱਤਾ। ਫਿਰ ਉਸ ਤੋਂ ਬਾਅਦ ਜੇ ਆਪਾਂ ਵੈਟਨਰੀ ਦੀ ਗੱਲ ਕਰੀਏ, ਡੌਗਸ ਦੇ ਲਈ ਉਹਨਾਂ ਦੇ ਜਿਹੜੇ ਹਸਪੀਟਲ ਨੇ ਤਾਂ ਉਹਨਾਂ ਦੀ ਕੋਈ ਸਰਵਿਸਿਜ਼ ਲੋੜੀਂਦੀ ਸਰਵਿਸਿਜ਼ ਦੇ ਲਈ ਉਹਨਾਂ ਨੂੰ ਚਾਹੀਦੀ ਹੈ, ਉਹ ਖੋਲ੍ਹ ਦਿੱਤੇ ਨੇ। ਤੇ ਇਹ ਤੋਂ ਇਲਾਵਾ ਹੋਰ ਕਈ ਜਿਹੜੇ ਮਰੀਨਾਜ਼ ਨੇ, ਬਾਹਰ ਬੋਟ ਕਲੱਬਸ ਨੇ, ਉਹ ਖੋਲ੍ਹ ਦਿੱਤੀਆਂ ਨੇ। ਗੋਲਫ ਕੋਰਸ ਪਹਿਲਾਂ ਹੀ ਖੁੱਲ੍ਹ ਚੁੱਕਿਆ ਸੀਗਾ, ਲੇਕਿਨ ਅੱਜ ਤੋਂ ਫਿਰ ਉਹ ਗੋਲਫ ਕੋਰਸ ਨੇ ਜਿਹੜੇ ਉਹ ਫੁੱਲ ਫਲੇਜ ਦੇ ਉੱਤੇ ਖੁੱਲ੍ਹ ਚੁੱਕੇ ਨੇ। ਜਿਹੜੇ ਪੂਲਸ ਨੇ ਪਬਲਿਕ ਪੂਲ, ਉਹ ਬੰਦ ਰਹਿਣਗੇ। ਮਰੀਨਾ ਤੇ ਬੋਟ ਕਲੱਬਸ ਵਗੈਰਾ ਉਹ ਖੁੱਲ੍ਹਣਗੀਆਂ। ਸੋ ਇਸ ਤਰ੍ਹਾਂ ਦੇ ਬਿਜ਼ਨਸ ਨੇ ਅੱਜ ਜਿਹੜੇ ਕਾਫੀ ਇਹਨਾਂ ਵੱਲੋਂ ਖੋਲ੍ਹੇ ਗਏ ਨੇ। ਬਿਲਕੁਲ ਜੀ, ਜਿੱਦਾਂ ਹੁਣ ਅਸੀਂ BC ਦੇ ਵਿੱਚ ਸੈਕਿੰਡ ਫੇਜ਼ ਦੇ ਵਿੱਚ ਹੈਗੇ ਆ ਤੇ ਇਹਦੇ ਵਿੱਚ ਇਲੈਕਟਿਵ ਸਰਜਰੀਜ਼ ਜਿਹੜੀਆਂ ਨੇ ਉਹ ਅੱਜ ਤੋਂ ਸਟਾਰਟ ਹੋ ਜਾਣੀਆਂ ਨੇ। ਅੱਜ ਤੋਂ ਰੈਸਟੋਰੈਂਟ ਥੋੜੇ ਬਹੁਤ ਖੁੱਲ ਜਾਣੇ ਨੇ, ਬਿਜ਼ਨਸ ਖੁੱਲ ਜਾਣੇ ਨੇ। ਤੇ ਨਾਲ ਹੁਣ ਸਕੂਲਸ ਬਾਰੇ ਵੀ ਅਨਾਉਂਸਮੈਂਟ ਆਈ ਸੀਗੀ BC ਦੇ ਵਿੱਚ ਕਿ 1 ਜੂਨ ਦੇ ਵਿੱਚ ਜਿਹੜੇ ਨੇ ਉਹ ਪਾਰਸ਼ੀਅਲੀ ਸਕੂਲ ਓਪਨ ਹੋ ਜਾਣਗੇ। ਸੋ 1 ਜੂਨ ਤੋਂ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਸਕੂਲ, ਉਹ ਜਾ ਸਕਦੇ ਨੇ। ਜਿਨ੍ਹਾਂ ਦੇ ਮਾਂ-ਬਾਪ ਜਿਹੜੇ ਜਾ ਰਹੇ ਨੇ ਕੰਮਾਂ ਦੇ ਉੱਤੇ, ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਦੇ ਨੇ। ਪਰ ਫਿਰ ਵੀ ਪੇਰੈਂਟਸ ਦੇ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਹੁਤ ਜਲਦਬਾਜ਼ੀ ਦੇ ਕਰਕੇ ਫੈਸਲਾ ਲਿਆ ਗਿਆ ਕਿ ਬਹੁਤ ਜਲਦੀ ਕੀਤੀ ਪ੍ਰੋਵਿੰਸ ਨੇ ਸਕੂਲ ਓਪਨ ਕਰਨ ਦੀ, ਕਿਉਂਕਿ ਉਸ ਤੋਂ ਬਾਅਦ ਸਮਰ ਵੈਕੇਸ਼ਨ ਸ਼ੁਰੂ ਹੋ ਜਾਣੀ ਹੈ। ਮਤਲਬ ਨਹੀਂ ਬਣਦਾ ਦੁਬਾਰਾ ਸਕੂਲ ਖੋਲ੍ਹਣ ਦਾ। ਪਰ ਹੁਣ ਜੇ ਅਸੀਂ ਓਨਟੇਰੀਓ ਦੀ ਗੱਲ ਕਰੀਏ ਤੇ ਓਨਟੇਰੀਓ ਦੇ ਵਿੱਚ ਵੀ ਅੱਜ ਐਜੂਕੇਸ਼ਨ ਨੂੰ ਲੈ ਕੇ ਅਨਾਉਂਸਮੈਂਟ ਹੋਈ ਹੈ। ਕੀ ਇਹ ਅਨਾਉਂਸਮੈਂਟ ਕੀ ਸਕੂਲ ਖੁੱਲ੍ਹਣ ਜਾ ਰਹੇ ਨੇ, ਕੀ ਬੰਦ ਰਹਿਣਗੇ ਸਤੰਬਰ ਤੱਕ? ਸੋ ਅੱਜ ਸਾਡੇ ਇੱਥੇ ਐਜੂਕੇਸ਼ਨ ਮਿਨਿਸਟਰ ਸਟੀਵਨ ਲੈਚੇ ਤੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਸਕੂਲ ਨਹੀਂ ਖੁੱਲ੍ਹਣਗੇ ਰੈਸਟ ਆਫ ਦ ਸਕੂਲ ਈਅਰ ਦੇ ਲਈ ਅਪ ਟੂ ਸਤੰਬਰ ਤੱਕ। ਸੋ ਹੁਣ ਕਿਉਂਕਿ ਜੁਲਾਈ ਦੇ ਵਿੱਚ ਫਿਰ ਸਮਰ ਬ੍ਰੇਕ ਸ਼ੁਰੂ ਹੋ ਜਾਂਦੀ ਹੈ, ਸੋ ਹੁਣ ਤੋਂ ਲੈ ਕੇ ਅਪ ਟੂ ਸਤੰਬਰ ਤੱਕ ਜਿਹੜੇ ਸਕੂਲ ਨਹੀਂ ਖੁੱਲ੍ਹਣਗੇ। ਯੂਨੀਵਰਸਿਟੀਜ਼ ਵੀ ਨਹੀਂ ਖੁੱਲ੍ਹਣਗੀਆਂ। ਸਿਰਫ ਜਿਹੜੇ ਛੋਟੇ ਚਾਈਲਡ ਕੇਅਰ ਨੇ ਉਹਨਾਂ ਨੂੰ ਖੋਲ੍ਹਣ ਦੀ ਪਲਾਨ ਕੀਤੀ ਜਾ ਰਹੀ ਹੈ। ਅਜੇ ਖੋਲ੍ਹੇ ਨਹੀਂ ਗਏ ਪਰ ਉਹਨਾਂ ਨੂੰ ਖੋਲ੍ਹਣ ਦੀ ਪਲਾਨ ਕੀਤੀ ਜਾ ਰਹੀ ਹੈ। ਇਹਦਾ ਐਕਸਪੀਰੀਅੰਸ ਹੈ ਜਿਹੜਾ ਸਾਰੇ ਲੋਕ ਇਸ ਸਮੇਂ ਫਰਾਂਸ ਵੱਲ ਦੇਖਦੇ ਨੇ। ਫਰਾਂਸ ਦੇ ਵਿੱਚ ਲੇਟਲੀ ਸਕੂਲ ਖੋਲ੍ਹੇ ਗਏ ਸੀਗੇ, ਉਹ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੋਰ 70 ਕੇਸ ਸਕੂਲਾਂ ਦੇ ਵਿੱਚੋਂ ਆਏ ਨੇ। ਸੋ ਉਹਦੇ ਕਰਕੇ ਬੜਾ ਪ੍ਰੀਕਾਸ਼ਨ ਲੈ ਰਹੀਆਂ ਸਾਰੀਆਂ ਸਰਕਾਰਾਂ। ਪਰ ਸਾਡੇ ਅੰਟਾਰੀਓ ਦੇ ਵਿੱਚ ਇੱਥੇ
ਰੈਸਟ ਆਫ ਦ ਸਕੂਲ ਈਅਰ ਸਿਰਫ ਆਨਲਾਈਨ ਹੀ ਪੜ੍ਹਾਈ ਹੈ ਜਿਹੜੀ ਬੱਚਿਆਂ ਦੀ ਹੋਵੇਗੀ, ਚਾਹੇ ਉਹ ਜੂਨੀਅਰ ਸਕੂਲ ਨੇ, ਮਿਡਲ ਸਕੂਲ ਨੇ, ਹਾਈ ਸਕੂਲ ਨੇ ਜਾਂ ਫਿਰ ਯੂਨੀਵਰਸਿਟੀਜ਼ ਨੇ। ਸਾਰੇ ਯੂਨੀਵਰਸਿਟੀ ਦੇ ਰੈਜ਼ੀਡੈਂਸ ਨੇ ਜਿਹੜੇ ਉਹ ਖਾਲੀ ਪਏ ਨੇ, ਬੱਚੇ ਸਾਰੇ ਆਪੋ ਆਪਣੇ ਘਰਾਂ 'ਚ ਬੈਠ ਕੇ ਹੀ ਪੜ੍ਹਦੇ ਨੇ। ਸੋ ਸਕੂਲਾਂ ਦਾ ਇੱਥੇ ਰੈਸਟ ਆਫ ਦ ਸਕੂਲ ਈਅਰ ਖੋਲ੍ਹਣਾ ਹਜੇ ਇਹਨਾਂ ਨੇ ਅੱਜ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਨਹੀਂ ਖੋਲਾਂਗੇ। ਬਾਕੀ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਰੈਸਟੋਰੈਂਟਸ ਦੀ ਗੱਲ ਕੀਤੀ ਹੈ, ਸਾਡੇ ਇੱਥੇ ਸਿਰਫ ਪਿਕਅਪ ਐਂਡ ਡਿਲੀਵਰੀ ਹੀ ਅਵੇਲੇਬਲ ਹੈ। ਈਵਨ ਜਿਹੜੇ ਕਾਫੀ ਸ਼ਾਪਸ ਨੇ, ਟਿਮ ਹਾਰਟਨਸ ਵਗੈਰਾ, ਉਹਨਾਂ ਦੇ ਉੱਤੇ ਵੀ ਤੁਸੀਂ ਜਾ ਕੇ ਕਾਫੀ ਨਹੀਂ ਪੀ ਸਕਦੇਗੇ, ਜੇ ਉਹ ਵੀ ਤੁਸੀਂ ਸਿਰਫ ਡਰਾਈਵ ਥਰੂ ਹੀ ਸਰਵਿਸਿਜ਼ ਦਾ ਉਹ ਲੈ ਸਕਦੇ ਹੋ। ਸੋ ਜਿੰਨੇ ਸਾਡੇ ਰੈਸਟੋਰੈਂਟਸ ਨੇ ਉਹਨਾਂ ਦੇ ਲਈ ਹਲੇ ਕੋਈ ਰਾਹਤ ਨਹੀਂ ਹੈ, ਉਹਨਾਂ ਦੇ ਖੁੱਲ੍ਹਣ ਦੇ ਲਈ ਹਲੇ ਕੋਈ ਸਮਾਂ ਨਹੀਂ ਇਹਨਾਂ ਨੇ ਦੱਸਿਆ ਗਾ। ਸਿਰਫ ਪਿਕਅਪ ਐਂਡ ਡਿਲੀਵਰੀ ਵਾਲੇ ਹੀ ਜਿਹੜੇ ਰੈਸਟੋਰੈਂਟਸ ਖੋਲ੍ਹੇ ਨੇ। ਬਾਕੀ ਜਿਹੜੇ ਵੱਡੇ ਮਾਲਸ ਨੇ, ਪਲਾਜ਼ਾ ਵਗੈਰਾ ਨੇ, ਉਹ ਵੀ ਕੋਈ ਨਹੀਂ ਹਜੇ ਖੁੱਲ੍ਹੇਗਾ। ਸਿਰਫ ਉਹੀ ਰਿਟੇਲ ਸਟੋਰ ਖੁੱਲ੍ਹਣਗੇ ਜਿਨ੍ਹਾਂ ਦਾ ਡੋਰ ਆ ਜਿਹੜਾ ਉਹ ਸਟਰੀਟ ਵੱਲ ਨੂੰ ਖੁੱਲ੍ਹਦਾ ਆ। ਜੇ ਕੋਈ ਵੀ ਪਲਾਜ਼ੇ ਵੱਲ ਨੂੰ ਖੁੱਲ੍ਹਦਾ ਆ ਜਾਂ ਪਲਾਜ਼ੇ ਦੇ ਵਿੱਚ ਸਟੋਰ ਹੈ, ਉਹ ਨਹੀਂ ਖੁੱਲ੍ਹਣਗੇ। ਸਿਰਫ ਔਰ ਸਿਰਫ ਜਿਹੜੇ ਸਟੋਰ ਨੇ ਜਿਨ੍ਹਾਂ ਦਾ ਦਰਵਾਜ਼ਾ ਸਟਰੀਟ ਵੱਲ ਆ ਉਹ ਖੁੱਲ੍ਹੇਗਾ, ਅਤੇ ਜਾਂ ਫਿਰ ਉੱਥੋਂ ਤੁਸੀਂ ਆਨਲਾਈਨ ਆਪਣੀ ਸ਼ਾਪਿੰਗ ਕਰਕੇ ਉੱਥੇ ਕਹਿ ਸਕਦੇ ਹੋ ਉਹਨਾਂ ਨੂੰ, ਅਤੇ ਉਹ ਕਰਬ ਸਾਈਡ ਪਿਕਅਪ ਦੇ ਲਈ ਉਹ ਸਟੋਰ ਸਾਰੇ ਜਿਹੜੇ ਖੁੱਲ੍ਹ ਰਹੇ ਨੇ, ਪਰ ਵੱਡੇ ਮਾਲ ਹਜੇ ਬੰਦ ਰਹਿਣਗੇ। ਬਿਲਕੁਲ, ਤੇ ਨਾਲ ਹੁਣ ਜਿਹੜੇ ਬਿਜ਼ਨਸ ਖੁੱਲ ਰਹੇ ਨੇ ਸਾਡੇ ਇੱਥੇ ਵਰਕ ਸੇਫ BC ਦੇ ਨਾਲ ਰਲ ਕੇ ਜੋ ਗਾਈਡਲਾਈਨਸ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੂੰ, ਬਿਜ਼ਨਸਿਸ ਨੂੰ, ਕਿ ਕਿੰਨੇ ਉਹ EMPLOYE ਰੱਖ ਸਕਦੇ ਨੇ, ਕਿੰਨਾ ਸਟਾਫ ਕੰਮ ਕਰ ਸਕਦਾ ਹੈਗਾ ਆ। ਕੁੱਲ ਮਿਲਾ ਕੇ ਜੇ ਵੱਡੇ ਸਟੋਰ ਹੈਗੇ ਨੇ ਤਾਂ 25% ਤੋਂ ਲੈ ਕੇ 50% ਸਟਾਫ ਰਿਡਿਊਸ ਕਰ ਦਿੱਤਾ ਗਿਆ। ਇੱਕ ਟਾਈਮ ਦੇ ਉੱਤੇ ਅੰਦਰ ਜਾਣ ਵਾਲਿਆਂ ਦੀ ਗਿਣਤੀ ਘੱਟ ਹੈਗੀ ਆ। ਸੋ ਇੱਥੇ ਜਿਹੜੇ ਬਿਜ਼ਨਸ ਕਰਬ ਸਾਈਡ ਦੇ ਉੱਤੇ ਨੇ, ਜਿਨ੍ਹਾਂ ਦਾ ਤੁਸੀਂ ਦੱਸਿਆ ਕਿ ਮੂੰਹ ਸਟੋਰ ਜਿਹੜਾ ਖੁੱਲਦਾ ਹੈਗਾ ਸੜਕ ਦੇ ਵੱਲ, ਉਹ ਖੁੱਲਣਗੇ। ਸੋ ਉਹਨਾਂ ਨੇ ਜਦੋਂ ਆਪਣੇ ਸਟੋਰ ਖੋਲਣੇ ਆ ਤਾਂ ਉਹਨਾਂ ਨੇ ਕਿਹਦੇ ਨਾਲ ਰਲ ਕੇ ਕੰਮ ਕਰਨਾ ਹੈਗਾ ਆ, ਕਿਹੜੀਆਂ ਗਾਈਡਲਾਈਨਸ ਨੂੰ ਫੋਲੋ ਕਰਨਾ ਪੈਣਾ ਉਹਨਾਂ ਨੂੰ? ਇੱਥੇ ਜਿਹੜੇ ਹੁਣ ਤੱਕ ਸਟੋਰ ਖੁੱਲੇ ਵੀ ਨੇ ਸੇਮ ਗਾਈਡਲਾਈਨਸ ਫੋਲੋ ਕਰਨਗੇ। ਇੱਕ ਪਰ 1000 ਸਕੁਅਰ ਫੀਟ ਦਾ ਜੇ ਕੋਈ ਸਟੋਰ ਹੈ ਉਹਦੇ 'ਚ 5 ਕਸਟਮਰ ਅਲਾਉ ਕੀਤੇ ਜਾ ਰਹੇ ਨੇ। ਵੈਸੇ ਜੇ 5000 ਸਕੁਅਰ ਫੁੱਟ ਦਾ ਤਾਂ 25 ਕਸਟਮਰ ਅਲਾਉ ਕੀਤੇ ਜਾ ਰਹੇ ਨੇ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਮੈਜਰਮੈਂਟਸ ਨੇ ਜਿਹੜੀਆਂ ਉਹ ਲਈਆਂ ਨੇ, ਪਰ 1000 ਸਕੁਅਰ ਫੁੱਟ ਦੇ ਨਾਲ 5 ਕਸਟਮਰ ਜਿਹੜੇ ਅਲਾਉ ਕਰ ਰਹੇ ਨੇ। ਪਰ ਇਸ ਵੀਕਐਂਡ ਦੇ ਉੱਤੇ ਨਰਸਰੀਜ਼ ਨੇ ਜਿਹੜੀਆਂ ਉਹ ਖੁੱਲੀਆਂ ਸੀਗੀਆਂ, ਕਿਉਂਕਿ ਆਹ ਵੀਕਐਂਡ ਆ ਜਿਹੜਾ ਟੋਰਾਂਟੋ ਦੇ ਵਿੱਚ ਇੱਥੇ ਜਿਹੜਾ ਮੌਸਮ ਆ ਹੁਣ ਬਦਲਿਆ ਵਾ। ਹੁਣ ਤੱਕ ਤਾਂ ਠੰਡ ਪੈਂਦੀ ਰਹੀ ਹੈ, ਐਤਕੀ ਠੰਡ ਦੇ ਵੀ ਰਿਕਾਰਡ ਟੁੱਟੇ ਨੇ ਟੋਰਾਂਟੋ ਦੇ ਵਿੱਚ ਮਈ ਮਹੀਨੇ ਦੇ ਵਿੱਚ। ਲਾਸਟ ਵੀਕ ਵੀ ਸਾ ਸਨੋਫਾਲ ਹੇਅਰ, ਜਿਹੜੀ ਕਿ ਮੈਂ 35 ਸਾਲ ਦੇ ਵਿੱਚ ਸੈਕਿੰਡ ਟਾਈਮ ਦੇਖੀ ਹੈ, ਔਰ ਜਿਹੜਾ ਟੈਂਪਰੇਚਰ ਆ ਉਹ ਮਾਈਨਸ ਦੇ ਵਿੱਚ ਲੈ ਗਿਆ ਸੀਗਾ। ਇਹਦੇ ਲਈ ਹੁਣ ਤੱਕ ਤਾਂ ਜਿਹੜੀਆਂ ਸਾਡੇ ਲੋਕ ਸਬਜ਼ੀ ਵਗੈਰਾ ਲਗਾਉਂਦੇ ਨੇ ਆਪਣੇ ਬੈਕਯਾਰਡ ਦੇ ਵਿੱਚ, ਉਹ ਨਈ ਐਕਟੀਵਿਟੀ ਚੱਲ ਰਹੀਆਂ ਸਨ। ਪਰ ਕੱਲ ਤੋਂ ਇਹ ਵੀਕਐਂਡ ਤੋਂ ਇਹ ਨਰਸਰੀ ਸਾਰੀਆਂ ਖੋਲ ਦਿੱਤੀਆਂ ਗਈਆਂ ਨੇ। ਕੱਲ ਮੈਂ ਨਰਸਰੀ ਗਿਆ ਸੀਗਾ ਕੁਝ ਪਲਾਂਟਸ ਵਗੈਰਾ ਲੈਣ, ਪਰ ਇੱਕ ਤਰ੍ਹਾਂ ਦਾ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਨਰਸਰੀ ਦੇ ਵਿੱਚ। ਸੋ ਉਹਦੇ 'ਚ ਦੇਖ ਰਿਹਾ ਸੀਗਾ ਕਿ ਪਰ 1000 ਫੀਟ ਦੇ ਵਿੱਚ 5 ਨਾਲੋਂ ਵੱਧ ਕਸਟਮਰ ਜਿਹੜੇ ਉੱਥੇ ਨਜ਼ਰ ਆ ਰਹੇ ਸੀਗੇ। 2-2 ਫੁੱਟ ਦਾ ਫਾਸਲਾ ਬਣਾ ਕੇ ਲੋਕ ਆ ਜਿਹੜੇ ਉੱਥੇ ਆਪਣੇ 2-2 ਮੀਟਰ ਦਾ ਫਾਸਲਾ ਬਣਾ ਕੇ 6 ਫੀਟ ਈਚ ਦਾ ਫਾਸਲਾ ਬਣਾ ਕੇ ਲੋਕ ਉੱਥੇ ਸ਼ਾਪਿੰਗ ਕਰ ਰਹੇ ਸਨ। ਉਹਦੇ 'ਚ ਰਿਸਟ੍ਰਿਕਸ਼ਨਸ ਇਹ ਲਾ ਦਿੱਤੀਆਂ ਗਈਆਂ ਨੇ, ਕੈਸ਼ ਨਹੀਂ ਕੋਈ ਲੈ ਰਿਹਾ ਗਾ। ਬਹੁਤੀਆਂ ਨਰਸਰੀਆਂ ਨੇ ਵੱਡਾ ਕਰਕੇ ਲਿਖ ਕੇ ਲਾਇਆ ਹੋਇਆ ਸੀਗਾ ਕਿ ਨੋ ਕੈਸ਼, ਕ੍ਰੈਡਿਟ ਕਾਰਡ ਜਾਂ ਫਿਰ ਟੈਪ ਓਨਲੀ। ਠੀਕ ਹੈ, ਉਹ ਇੱਦਾਂ ਦੇ ਮੈਜਰਸ ਲੈ ਰਹੇ ਨੇ। ਪਲੱਸ ਜਿਹੜੇ ਕੈਸ਼ੀਅਰਸ ਨੇ ਉਹਨਾਂ ਦੇ ਅੱਗੇ ਸਾਰਿਆਂ ਦੀ ਸ਼ੀਲਡਾਂ ਲੱਗੀਆਂ ਹੋਈਆਂ ਨੇ, ਤੇ ਨਾਲ ਉਹਨਾਂ ਦੇ ਫੇਸ ਸ਼ੀਲਡ ਵੀ ਲੱਗੀ ਹੋਈ ਹੈ, ਮਾਸਕ ਵੀ ਲਾਉਣਾ ਜ਼ਰੂਰੀ ਹੈ। ਇਹ ਇੱਦਾਂ ਦੇ ਕੁਛ ਮੈਜਰ ਨੇ ਜਿਹੜੇ ਇੱਥੇ ਲੈ ਗਏ ਨੇ, ਜਿਹੜੇ ਕਿ ਲੱਗਦਾ ਹੈ ਕਿ ਸਾਰੇ ਸਟੋਰਾਂ ਦੇ ਉੱਤੇ ਲਾਗੂ ਹੋਣਗੇ। ਪਰ ਜੇਕਰ ਮੈਂ ਆਪਣੇ ਇੱਥੇ ਲੇਟਲੀ ਕੁਝ ਗਰੋਸਰੀ ਸਟੋਰਾਂ ਨੂੰ ਜੁਰਮਾਨਾ ਵੀ ਹੋਇਆ ਵੱਡਿਆਂ ਨੂੰ, ਜਿਨ੍ਹਾਂ ਨੇ ਇਹ ਰੂਲਸ ਫਾਲੋ ਨਹੀਂ ਕੀਤੇ ਗਏ। ਪਲੱਸ ਜਿਹੜੀ ਸ਼ਾਪਰਸ ਦੀ ਹੈਬਿਟ ਆ ਖਾਸ ਤੌਰ ਦੇ ਉੱਤੇ ਆਪਣੇ ਲੋਕਾਂ ਦੀ, ਜਿਹਨੂੰ ਦੇਖ ਕੇ ਕਈ ਵਾਰੀ ਸਾਡੇ ਦੂਸਰੀ ਕਮਿਊਨਿਟੀ ਦੇ ਕਸਟਮਰ ਨੇ ਉਹ ਘਬਰਾ ਵੀ ਜਾਂਦੇ ਨੇ ਕਿ ਕੋਈ ਵੀ ਕਿਸੇ ਨੇ ਇੱਕ ਚੀਜ਼ ਖਰੀਦਣੀ ਹੈ ਉਹਨੂੰ ਚੱਕ ਕੇ ਦੇਖਣਾ। ਕਿ ਤੁਸੀਂ ਅੰਬ ਖਰੀਦਣੇ ਨੇ ਤਾਂ ਉਹਨਾਂ ਨੂੰ ਸੁੰਘ ਕੇ ਦੇਖਣਾ, ਜਾਂ ਫਿਰ ਹੋਰ ਕੋਈ ਫਰੂਟ ਖਰੀਦਣਾ ਹੈ ਉਹਨੂੰ ਚੰਗੀ ਤਰ੍ਹਾਂ ਦੇਖਣਾ, ਸੁੰਘ ਕੇ ਵੀ ਇਹ ਠੀਕ ਆ, ਵਧੀਆ ਆ। ਇਹ ਚੀਜ਼ਾਂ ਤੋਂ ਜਦੋਂ ਫਿਰ ਕੋਈ ਨਾਲ ਦਾ ਕਸਟਮਰ ਦੂਰ ਖੜਾ ਦੇਖਦਾ ਤੇ ਉਹ ਕੰਪਲੇਂਟ ਜ਼ਰੂਰ ਕਰਦਾ ਵੀ ਆਪਣੇ ਕਸਟਮਰ ਨੂੰ ਸਮਝਾਓ। ਪਰ ਕਸਟਮਰਸ ਨੂੰ ਹੁਣ ਜਿਹੜੇ ਸ਼ਾਪ ਓਨਰ ਨੇ ਉਹ ਵੀ ਕਿਸ ਤਰ੍ਹਾਂ ਸਮਝਾਉਣਗੇ ਵੀ ਭਾਈ ਤੁਸੀਂ ਹੁਣ ਗਰੋਸਰੀ, ਮੇਰੇ ਫਰੈਂਡ ਦਾ ਇੱਕ ਗਰੋਸਰੀ ਸਟੋਰ ਹੈ, ਉਹ ਦੇਖ ਰਿਹਾ ਸੀਗਾ ਕਿ ਕੋਈ ਲੇਡੀ ਜਿਹੜੀ ਭਿੰਡੀਆਂ ਖਰੀਦਣ ਆਈ ਹੈ ਤਾਂ ਭਿੰਡੀਆਂ ਨੂੰ ਤੋੜ ਕੇ ਦੇਖਦੀ ਸੀਗੀ। ਜਿਹੜੀ ਭਿੰਡੀ ਨਹੀਂ ਚੰਗੀ ਸੀਗੀ ਤੇ ਉਹਨੂੰ ਉੱਥੇ ਰੱਖ ਜਾਂਦੀ ਸੀ ਤੇ ਦੂਜੀ ਚੱਕਦੀ ਸੀਗੀ। ਸੋ ਇਹ ਆਪਣੇ ਲੋਕਾਂ ਨੂੰ ਵੀ ਥੋੜਾ ਇਸ ਚੀਜ਼ ਦੇ ਉੱਤੇ ਕੇਅਰ ਕਰਨਾ ਪੈਣਾ ਹੈ ਕਿ ਜੇ ਅਸੀਂ ਹੁਣ ਸ਼ਾਪਿੰਗ ਕਰਨ ਜਾਂਦੇ ਹਾਂ, ਕੋਈ ਤੁਹਾਨੂੰ ਮਗਰ ਖੜਾ ਦੇਖ ਰਿਹਾ ਹੈਗਾ, ਤੁਸੀਂ ਬਾਕੀ ਚੀਜ਼ਾਂ ਨੂੰ ਹੱਥ ਲਾ ਰਹੇ ਹੋ, ਨਹੀਂ ਲਾਉਣਾ। ਉਹਦੇ ਨਾਲ ਫਿਰ
ਦੂਸਰੇ ਨੇ ਜਿਹੜੇ ਉਹ ਖਿੱਚਦੇ ਨੇ ਤੁਹਾਤੋਂ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਵੀ ਖਿਆਲ ਰੱਖਣਾ ਪੈਣਾ। ਸੋ ਇਹੋ ਜਿਹੇ ਕੁਝ ਮੈਜਰ ਨੇ ਉਹ ਸਾਰੇ ਸਟੋਰਾਂ ਵੱਲੋਂ ਲੈ ਗਏ ਨੇ। ਹਰ ਸਟੋਰ ਜਿੱਥੇ ਤੁਸੀਂ ਐਂਟਰ ਹੁੰਦੇ ਹੋ ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਲਈ ਸੈਨੀਟਾਈਜ਼ਰ ਰੱਖੇ ਹੋਏ ਆ ਜਾਂ ਪੇਪਰ ਰੱਖੇ ਹੋਏ ਨੇ, ਤੇ ਤੁਹਾਨੂੰ ਉਹ ਅਪੀਲ ਕਰਦੇ ਨੇ ਕਿ ਵੀ ਆਪਣੇ ਗਲਵ ਪਾਓ ਤੇ ਮਾਸਕ ਪਾਓ ਤੇ ਤਾਂ ਜਾ ਕੇ ਅੰਦਰ ਸ਼ਾਪਿੰਗ ਕਰੋ। ਤੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਉਹਨਾਂ ਨੇ ਆਪਣੇ ਉੱਥੇ ਸਟਾਫ ਹੈ ਉਹਨਾਂ ਨੂੰ ਖੜਾ ਕੀਤਾ ਹੋਇਆ। ਸੋ ਉਹਦੇ ਇਲਾਵਾ ਕੁਝ ਹੋਰ ਬਿਜ਼ਨੈਸਿਸ ਨੇ ਜਿਹੜੇ ਇਹਨਾਂ ਹੀ ਮੈਜਰ ਨੂੰ ਫਾਲੋ ਕਰਦੇ ਖੁੱਲ ਰਹੇ ਨੇ ਹੌਲੀ ਹੌਲੀ। ਜੀ ਬਿਲਕੁਲ ਮਿਸਟਰ ਗਰੇਵਾਲ, ਜਿੱਦਾਂ ਤੁਸੀਂ ਦੱਸਿਆ ਕਿ ਇਹ ਸਾਡਾ ਨਿਊ ਨੋਰਮਲ ਆ, ਸਾਨੂੰ ਚੇਂਜ ਕਰਨਾ ਪੈਣਾ ਆਪਣੇ ਆਪ ਨੂੰ, ਆਪਣੀਆਂ ਆਦਤਾਂ ਨੂੰ ਚੇਂਜ ਕਰਨਾ ਪੈਣਾ ਹੈਗਾ ਆ। ਸੋ ਜੋ ਕੁਝ ਹੋ ਰਿਹਾ ਹੈਗਾ ਸਾਨੂੰ ਉਹਦੇ ਅਕੋਰਡਿੰਗਲੀ ਜੋ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ ਉਹਦੇ ਅਕੋਰਡਿੰਗ ਚੱਲਣਾ ਪੈਣਾ ਆ। ਸੋ ਆਪਣੀ ਗੱਲਬਾਤ ਦੇ ਵਿੱਚ ਇੱਕ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਜੀ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ FYI ਮੀਡੀਆ ਤੇ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਜਗਦੀਸ਼ ਗਰੇਵਾਲ ਜੋ ਕਿ ਸੀਨੀਅਰ ਜਰਨਲਿਸਟ ਨੇ ਪੰਜਾਬੀ ਪੋਸਟ ਤੋਂ। ਉਹਨਾਂ ਦੇ ਨਾਲ ਤੇ ਉਹ ਸਾਨੂੰ ਦੱਸ ਰਹੇ ਨੇ ਕਿ ਓਨਟੇਰੀਓ ਦੇ ਵਿੱਚ ਕੀ ਕੁਝ ਹੋ ਰਿਹਾ। ਸੋ ਮਿਸਟਰ ਗਰੇਵਾਲ, ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਕਿ ਕੀ ਕੁਝ ਖੁੱਲਿਆ ਹੈਗਾ ਓਨਟੇਰੀਓ ਦੇ ਵਿੱਚ, ਕਿਵੇਂ ਲੋਕ ਆਪਣਾ ਜੋ ਸਾਥ ਦੇ ਰਹੇ ਨੇ ਕਮਿਊਨਿਟੀ ਦਾ, ਕਿਹੜੇ ਲੋਕਾਂ ਨੂੰ ਆਪਣੇ ਆਪ 'ਚ ਬਦਲਾਅ ਲਿਆਉਣ ਦੀ ਲੋੜ ਹੈਗੀ ਹੈ। ਤੇ ਨਾਲ ਨਾਲ ਹੁਣ ਜਿਹੜੀਆਂ ਪ੍ਰੋਵਿੰਸ਼ੀਅਲ ਪਾਰਕਸ ਹੈਗੀਆਂ BC ਦੇ ਵਿੱਚ ਉਹ ਖੁੱਲ ਗਈਆਂ ਨੇ, ਉੱਥੇ ਰਿਜ਼ਰਵੇਸ਼ਨਸ ਹੋ ਰਹੀਆਂ ਨੇ, ਡੇ ਟਾਈਮ ਦੇ ਲਈ ਖੁੱਲ ਗਈਆਂ ਨੇ। ਤੁਸੀਂ ਕੈਂਪਿੰਗ ਨਹੀਂ ਕਰ ਸਕਦੇ ਪਰ ਡੇ ਟਾਈਮ ਤੁਸੀਂ ਜਾ ਸਕਦੇ ਹੈਗੇ ਆ। ਸਿਟੀ ਪਾਰਕ ਖੁੱਲ ਗਈਆਂ ਨੇ ਪਰ ਸਿਟੀ ਦੇ ਵਿੱਚ ਜਦੋਂ ਲੌਂਗ ਵੀਕਐਂਡ ਲੰਘ ਕੇ ਗਿਆ ਹੈਗਾ ਆ, ਸੋ ਨਾਲ ਨਾਲ ਮਦਰਸ ਡੇ ਵੀਕਐਂਡ ਲੰਘ ਕੇ ਗਿਆ, ਉਦੋਂ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ। ਤੇ ਚਾਹੇ ਉਹ ਸਾਡੀ ਕਮਿਊਨਿਟੀ ਸੀ, ਚਾਹੇ ਉਹ ਕੌਕੇਸ਼ੀਅਨ ਕਮਿਊਨਿਟੀ ਸੀ, ਹਰ ਕਮਿਊਨਿਟੀ ਦੇ ਲੋਕਾਂ ਨੂੰ ਫਰਸਟ੍ਰੇਸ਼ਨ ਹੈ ਇੱਕ ਕਿ ਅਸੀਂ ਛੇਤੀ ਤੋਂ ਛੇਤੀ ਬਾਹਰ ਜਾਈਏ, ਅਸੀਂ ਕਦੇ ਏਦਾਂ ਦਾ ਮਾਹੌਲ ਦੇਖਿਆ ਨਹੀਂ। ਸੋ ਐਂਗਜ਼ਾਇਟੀ ਹੈਗੀ ਆ ਲੋਕਾਂ ਦੇ ਵਿੱਚ, ਲੋਕ ਬਾਹਰ ਜਾਣਾ ਚਾਹੁੰਦੇ ਨੇ ਪਰ ਫਿਰ ਵੀ ਸਿਟੀ ਦੇ ਵੱਲੋਂ ਵਾਰਨਿੰਗਸ ਜਾਰੀ ਕੀਤੀਆਂ ਜਾ ਰਹੀਆਂ ਨੇ। ਇੱਥੇ ਓਨਟੇਰੀਓ ਦੇ ਵਿੱਚ ਲੋਕ ਕਿੱਦਾਂ ਸਪੋਰਟ ਕਰ ਰਹੇ ਨੇ, ਸਾਥ ਕਿੱਦਾਂ ਦੇ ਰਹੇ ਨੇ? ਸਾਡੇ ਇੱਥੇ ਪਾਰਕ ਨਹੀਂ ਖੋਲੇ ਗਏ। ਪਾਰਕਾਂ ਦੇ ਵਿੱਚ ਜਾਣ ਤੋਂ ਹਾਲੇ ਮਨਾਹੀ ਆ। ਵੱਖ-ਵੱਖ ਸਿਟੀ ਨੇ ਆਪੋ ਆਪਣੇ ਰੂਲ ਨੇ ਜਿਹੜੇ ਬਾਇਲਾਜ਼ ਨੇ ਉਹ ਲਾਗੂ ਕੀਤੇ ਨੇ। ਮੈਜੋਰਟੀ ਸਿਟੀ ਦੇ ਵਿੱਚ 750 ਤੋਂ ਲੈ ਕੇ $1 ਲੱਖ ਤੱਕ ਦੀ ਜਿਹੜੀ ਉਹ ਟਿਕਟ ਦਿੰਦੇ ਨੇ। ਸੋ ਬੀਤੇ ਸਮੇਂ ਦੇ ਵਿੱਚ ਪਿਛਲੇ ਮਹੀਨੇ ਕੁਝ ਇੱਕ ਨੌਜਵਾਨਾਂ ਨੇ ਪਾਰਕਾਂ ਜਾ ਕੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਜਾਂ ਹੋਰ ਮਾੜਾ ਮੋਟਾ ਕੋਈ ਗੇਮਸ ਖੇਡਣੀਆਂ ਸ਼ੁਰੂ ਕੀਤੀਆਂ। ਤੇ ਖਾਸ ਤੌਰ ਦੇ ਉੱਤੇ ਸਟੂਡੈਂਟਸ ਦੀਆਂ ਖਬਰਾਂ ਕਾਫੀ ਆਈਆਂ ਸੀਗੀਆਂ ਕਿ ਇੱਕ ਕ੍ਰਿਕਟ ਦੀ ਟੀਮ ਬਣਾ ਕੇ ਉਹ ਕ੍ਰਿਕਟ ਦਾ ਮੈਚ ਖੇਡਣ ਲੱਗੇ ਸੀ। ਉਹਨਾਂ ਨੂੰ $750 ਈਚ ਜਿਹੜੀ ਟਿਕਟ ਆ ਉਹ ਮਿਲੀ ਸੀਗੀ। ਇਸ ਫੇਜ਼ ਫਸਟ ਦੇ ਵਿੱਚ ਵੀ ਪਾਰਕ ਨੇ ਜਿਹੜੇ ਉਹ ਨਹੀਂ ਖੋਲੇ ਗਏ। ਸੋ ਪਾਰਕਾਂ ਦੇ ਵਿੱਚ ਹਜੇ ਜਾਣ ਦੀ ਮਨਾਹੀ ਹੈ। ਪਲੱਸ ਘਰਾਂ ਦੇ ਵਿੱਚ ਵੀ ਅੱਜ ਜਿਹੜੀ ਫੇਜ਼ 1 ਖੋਲੀ ਹੈ ਇਹਦੇ 'ਚ ਤੁਸੀਂ ਮੈਕਸੀਮਮ 5 ਬੰਦੇ ਆ ਜਿਹੜੇ ਬਾਹਰੋਂ ਆ ਸਕਦੇ ਨੇ। ਸੋ ਬਾਹਰਲੇ 4 ਬੰਦੇ ਬਾਹਰੋਂ ਤੇ ਇੱਕ ਫੈਮਿਲੀ ਮੈਂਬਰ 5 ਬੰਦੇ ਤੁਸੀਂ ਇਕੱਠੇ ਹੋ ਕੇ ਬੈਠ ਸਕਦੇ ਹੋ। ਇਸ ਤੋਂ ਪਹਿਲਾਂ ਕੋਈ ਵੀ ਬਾਹਰੋਂ ਰਿਸ਼ਤੇਦਾਰ ਮਿੱਤਰ ਦੋਸਤ, ਜਿਵੇਂ ਈਵਨ ਮਦਰਸ ਡੇ ਦੀ ਤੁਸੀਂ ਗੱਲ ਕੀਤੀ ਹੈ, ਮਦਰਸ ਡੇ ਦੇ ਉੱਤੇ ਕੋਈ ਕਿਸੇ ਦੇ ਘਰੇ ਨਹੀਂ ਜਾ ਸਕਦਾ ਸੀਗਾ ਤੇ ਹੁਣ ਅੱਜ ਅਲਾਉ ਕੀਤੇ ਨੇ ਕਿ ਦੂਸਰੀ ਫੈਮਿਲੀ ਦੇ 4 ਬੰਦੇ ਆ ਸਕਦੇ ਨੇ, ਤੁਹਾਡੇ ਘਰੇ ਉਹ ਬੈਠ ਸਕਦੇ ਨੇ ਅਤੇ ਆਪਣੇ ਪਾਰਟੀ ਕਰ ਸਕਦੇ ਨੇ। ਤੇ ਫਿਊਨਰਲਸ ਦੇ ਉੱਤੇ ਕਾਫੀ ਰਿਸਟ੍ਰਿਕਸ਼ਨ ਸੀਗੀਆਂ ਤੇ ਹੁਣ ਉਸ ਦੇ ਲਈ 10 ਬੰਦੇ ਆ ਜਿਹੜੇ ਉਹ ਕਰ ਦਿੱਤੇ ਨੇਗੇ ਫਿਊਨਰਲ ਹੋਮ ਜਾ ਕੇ ਫਿਊਨਰਲ ਸਰਵਿਸਿਜ਼ ਦੇ ਲਈ। ਜ਼ਿਆਦਾਤਰ ਫਿਊਨਰਲਸ ਹੁਣ ਇੱਥੇ ਆਨਲਾਈਨ ਹੀ ਜਿਹੜੇ ਫੈਮਿਲੀ ਫਰੈਂਡਸ ਨੇ ਉਹ ਵਾਚ ਕਰਦੇ ਨੇ ਅਗਰ ਕਿਸੇ ਦਾ ਕੋਈ ਫਿਊਨਰਲ ਹੈ। ਸੋ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਆ ਜਿਹੜੀ ਲਾਈ ਗਈ ਹੈ ਕਿ 5 ਬੰਦੇ ਹੁਣ ਘਰੇ ਇਕੱਠੇ ਹੋ ਸਕਦੇ। ਇਸ ਦੇ ਉੱਤੇ ਕਾਫੀ ਲੋਕਾਂ ਨੇ ਰਾਹਤ ਆ ਜਿਹੜੀ ਉਹ ਮਹਿਸੂਸ ਕੀਤੀ ਹੈ ਕਿ ਐਟਲੀਸਟ 4-5 ਬੰਦੇ ਅਸੀਂ ਜਾ ਸਕਦੇ ਹਾਂ, ਕਿਸੇ ਦੇ ਘਰੇ ਜਾ ਸਕਦੇ ਹਾਂ, ਕਿਸੇ ਨੂੰ ਮਿਲਣਾ ਹੈ, ਕਿਸੇ ਦਾ ਹਾਲ ਚਾਲ ਪੁੱਛਣਾ ਜਾਂ ਕਿਸੇ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ। ਇਹ ਫੇਜ਼ 1 ਦੀ ਓਪਨਿੰਗ ਦੇ ਵਿੱਚ ਅੱਜ ਇਹ ਵੀ ਇੱਕ ਵੱਡੀ ਰਾਹਤ ਮਿਲੀ ਹੈ ਲੋਕਾਂ ਨੂੰ। ਔਰ ਇਹਦੇ ਨਾਲ ਅਰਸ਼ਦੀਪ ਜੀ, ਮੈਂ ਤੁਹਾਡਾ ਧਿਆਨ ਥੋੜਾ ਜਿਹਾ ਦਿਵਾਉਣਾ ਚਾਹਾਂਗਾ। ਸਾਡੇ ਇੱਥੇ ਏਅਰਪੋਰਟ ਦੇ ਉੱਤੇ ਜਿਹੜੇ ਸਾਡੇ ਟੈਕਸੀ ਡਰਾਈਵਰਸ ਨੇ, ਇੱਕ ਵੱਡੀ ਇੰਡਸਟਰੀ ਆ ਏਅਰਪੋਰਟ ਤੇ ਉਤਰਦੇ ਆ ਲਿਮੋ ਟੈਕਸੀ ਡਰਾਈਵਰਸ ਅਸੀਂ ਉਹਨਾਂ ਨੂੰ ਕਹਿੰਦੇ ਆ। ਤੇ ਉਹਨਾਂ ਦੇ ਵਿੱਚ ਇਹ ਬਿਮਾਰੀ ਬੜੀ ਬੁਰੀ ਤਰ੍ਹਾਂ ਫੈਲੀ ਸਾਡੇ ਇੱਥੇ। ਸੋ ਜਿੰਨੇ ਸ਼ੁਰੂ ਦੇ ਵਿੱਚ ਮਾਰਚ ਦੇ ਵਿੱਚ ਜਦੋਂ ਫਲਾਈਟਾਂ ਬੰਦ ਨਹੀਂ ਸਨ ਉਦੋਂ ਜਿਹੜੇ ਵੀ ਲੋਕ ਆ ਰਹੇ ਸਨ ਇੱਥੇ ਤੇ ਉਹਨਾਂ ਨੇ ਟੈਕਸੀ ਯੂਜ਼ ਕੀਤੀ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਟੈਕਸੀ ਡਰਾਈਵਰਸ ਨੇ ਉਹ ਇਹ ਤੋਂ ਅਫੈਕਟਡ ਹੋਏ ਤੇ 10 ਜਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਹੈ। ਔਰ ਯੰਗ ਉਮਰ ਦੇ ਵਿੱਚ ਜਿਹੜੇ ਟੈਕਸੀ ਚਾਲਕ ਸੀਗੇ, ਸੋ ਉਹ ਇੱਥੇ ਉਸ ਤੋਂ ਬਾਅਦ ਜਦੋਂ 10 ਲੋਕਾਂ ਦੀ ਮੌਤ ਹੋਈ ਫਿਰ ਜਿਹੜੇ ਸਾਡੇ ਬਹੁਤ ਸਾਰੇ ਟੈਕਸੀ ਡਰਾਈਵਰ ਨੇ ਉਹਨਾਂ ਨੇ ਟੈਕਸੀਆਂ ਆਪਣੀਆਂ ਖੜੀਆਂ ਕਰ ਦਿੱਤੀਆਂ ਨੇ ਅਤੇ ਕੰਮ ਛੱਡ ਦਿੱਤਾ। ਜਿੱਥੇ ਅੱਗੇ 100 ਟੈਕਸੀ ਚੱਲਦੀ ਸੀਗੀ ਸੜਕ ਦੇ ਉੱਤੇ, ਉੱਥੇ ਹੁਣ ਸਿਰਫ 5 ਟੈਕਸੀਆਂ ਨੇ ਜਿਹੜੀਆਂ ਉਹ ਚੱਲਦੀਆਂ ਨੇ। ਏਡੇ ਵੱਡੇ ਫਰਕ ਦੇ ਉੱਤੇ ਇਸ ਸਮੇਂ ਟੈਕਸੀ ਸਰਵਿਸਿਜ਼ ਜਿਹੜੀ ਆ ਉਹ ਘੱਟ ਹੋ ਚੁੱਕੀ ਹੈ।
ਬਿਲਕੁਲ ਬਹੁਤ ਅਫਸੋਸ ਦੀ ਗੱਲ ਹੈਗੀ ਹੈ ਕਿ ਜਿਹੜੇ ਟੈਕਸੀ ਚਾਲਕ ਨੇ ਉਹਨਾਂ ਦੀ 10 ਜਾਣਿਆਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਤੇ ਹੁਣ ਟੈਕਸੀ ਇੰਡਸਟਰੀ ਦੇ ਉੱਤੇ ਵੀ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਪਿਆ ਹੈਗਾ ਹੈ ਇਸ ਦਾ। ਤੇ ਨਾਲ ਹੁਣ ਸਰਕਾਰਾਂ ਜਿਹੜੀਆਂ ਪ੍ਰੋਵਿੰਸ਼ੀਅਲ ਸਰਕਾਰਸ ਹੈਗੀਆਂ ਨੇ ਉਹ ਆਪਣੇ ਤਰ੍ਹਾਂ ਦੇ ਹੀ ਓਪਨ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀਆਂ ਨੇ। ਡਬਲ ਯੂਰ ਬਬਲ, ਉਹ ਕਹਿੰਦੇ ਕਿ ਤੁਸੀਂ ਇੱਕ ਫੈਮਿਲੀ ਐਡ ਕਰ ਸਕਦੇ ਆ ਆਪਣੀ ਫੈਮਿਲੀ ਦੇ ਵਿੱਚ, ਤੁਸੀਂ ਰੀਓਪਨ ਕਰ ਸਕਦੇ ਆ, ਪਰ ਫਿਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਧਿਆਨ ਰੱਖਣਾ ਪਵੇਗਾ, ਇੱਕ ਦੂਜੇ ਤੋਂ ਦੂਰੀ ਬਣਾ ਕੇ ਚੱਲਣੀ ਹੋਵੇਗੀ। ਹੁਣ ਗਰੋਸਰੀ ਸਟੋਰਸ ਦੇ ਉੱਤੇ ਜਿਹੜੀ ਭੀੜ ਸੀਗੀ ਉਹ ਲਗਾਤਾਰ ਵੱਧ ਰਹੀ ਸੀ ਤੇ ਉਹਦੇ ਵਿੱਚ ਵੀ ਹੁਣ ਥੋੜੇ ਲੋਕ ਜਿਹੜੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਥੋੜੇ ਲੋਕਾਂ ਨੂੰ ਭੇਜਿਆ ਜਾਵੇ ਤੇ ਉੱਥੇ ਹੁਣ ਲੋਕਾਂ ਦੀ ਉਦਾਂ ਹੀ ਲਾਈਨ ਅਪ ਹੈਗੀ ਹੈ। ਕਿਵੇਂ ਲੋਕ ਜਿਵੇਂ ਸਾਥ ਦੇ ਰਹੇ ਨੇ ਗਰੋਸਰੀ ਸਟੋਰਸ ਦਾ, ਲਾਈਨ ਅਪ ਕਿੰਨੀਆਂ ਕੁ ਵੱਡੀਆਂ ਨੇ। ਕਿਉਂਕਿ ਹੁਣ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਰੋਕਦੇ ਆ ਜਾਂ ਕਿਸੇ ਨੂੰ ਮਾਸਕ ਪਾਉਣ ਦੇ ਲਈ ਕਹਿੰਦੇ ਆ ਤੇ ਇਹਦੇ ਨਾਲ ਜਿਹੜਾ ਹੇਟ ਕ੍ਰਾਈਮਸ ਹੈ ਉਹ ਵੀ ਵੱਧ ਰਹੇ ਨੇ, ਉਹਦੇ ਜਿਹੜੇ ਮਾਮਲੇ ਨੇ ਉਹ ਵੀ ਜਿਹੜੇ ਨੇ ਜ਼ਿਆਦਾ ਸਾਹਮਣੇ ਆ ਰਹੇ ਨੇ, ਬਾਹਰ ਆ ਰਹੇ ਨੇ। ਗਰੋਸਰੀ ਸਟੋਰਾਂ ਦੇ ਬਾਹਰ ਲੰਬੀ ਲਾਈਨ ਤੁਸੀਂ ਦੇਖ ਸਕਦੇ ਹੋ, ਜਿਹੜੇ ਵੀ ਗਰੋਸਰੀ ਸਟੋਰ ਦੇ ਕੋਲ ਲੰਘਦੇ ਹੋ, ਗਰੋਸਰੀ ਸਟੋਰ ਹੋ ਗਿਆ, ਬੈਂਕਾਂ ਹੋ ਗਈਆਂ, ਇਹਨਾਂ ਦੇ ਬਾਹਰ ਲੰਬੀਆਂ ਲਾਈਨਾਂ ਨੇ ਲੋਕਾਂ ਦੀਆਂ ਲੱਗੀਆਂ, ਤੁਹਾਨੂੰ ਨਜ਼ਰ ਆਉਣਗੀਆਂ। ਗੈਪ ਬਣਾ ਕੇ ਦੂਰ ਦੂਰ ਤੱਕ ਲੋਕ ਜਿਹੜੇ ਆਪਣਾ ਫਾਸਲਾ ਬਣਾ ਕੇ ਖੜਦੇ ਨੇ ਤੇ ਫਿਰ ਜਿੰਨੇ ਮੂਹਰੇ ਸਟਾਫ ਖੜੇ ਨੇ ਗਰੋਸਰੀ ਸਟੋਰ ਦੇ ਤੇ ਉਹ ਗਿਣ ਕੇ ਹੀ ਬੰਦੇ ਆ ਜਿਹੜੇ ਅੰਦਰ ਜਾਣ ਦਿੰਦੇ ਆ। ਇੱਥੇ ਵੀ ਇੱਕ ਰਿਕੁਐਸਟ ਆਪਣੇ ਸਾਰੇ ਲੋਕਾਂ ਨੂੰ ਕਰਨੀ ਬਣਦੀ ਹੈ ਕਿ ਐਜ਼ ਏ ਫੈਮਿਲੀ ਦੇ ਉੱਤੇ ਜਾਂ 2 ਜਾਂ 3 ਫੈਮਿਲੀ ਮੈਂਬਰ ਗਰੋਸਰੀ ਕਰਨ ਦੇ ਲਈ ਜਾਣ ਦੀ ਜ਼ਰੂਰਤ ਨਹੀਂ। ਇੱਕ ਜਾਣਾ ਜਾ ਕੇ ਜਿਹੜੇ ਆਪਣੀ ਗਰੋਸਰੀ ਆ ਉਹ ਕਰ ਸਕਦਾ। ਇਸੇ ਤਰ੍ਹਾਂ ਬੈਂਕਾਂ ਦੀ ਸਾਡੀ ਇੱਥੇ ਇੱਕ ਹੋਰ ਪ੍ਰੋਬਲਮ ਆਈ ਸੀਗੀ ਕਿ ਜਿਹੜੇ ਸਾਡੇ ਟਰੱਕ ਡਰਾਈਵਰ ਨੇ ਉਹ ਜਦੋਂ ਬੈਂਕ ਜਾਂਦੇ ਨੇ ਤੇ ਬੈਂਕ ਦੀ ਲਾਈਨ ਦੇ ਵਿੱਚ ਖੜਦੇ ਨੇ ਲੰਬੀ ਲਾਈਨ 'ਚ, ਪਰ ਜਦੋਂ ਜਾਂਦੇ ਨੇ ਟੈਲਰ ਕੋਲੇ, ਟੈਲਰ ਪੁੱਛਦੇ ਆ ਉਹਨੂੰ ਕਿ ਤੁਸੀਂ ਕੀ ਕੰਮ ਕਰਦੇ ਹੋ ਜੀ? ਕਹਿੰਦੇ ਟਰੱਕ ਚਲਾਉਂਦੇ ਆ, ਅਸੀਂ ਅਮਰੀਕਾ ਟਰੱਕ ਲੈ ਕੇ ਗਏ ਸੀ ਤੇ ਉਸਨੂੰ ਰਾਈਟ ਵੇ ਉੱਥੋਂ ਮੋੜ ਦਿੱਤਾ ਜਾਂਦਾ ਬੈਂਕ ਤੋਂ, ਉਹਨੂੰ ਸਰਵਿਸਿਜ਼ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ ਹੈਗੀਆਂ। ਸੋ ਇਹਦੇ ਕਰਕੇ ਟਰੱਕ ਡਰਾਈਵਰ ਦੇ ਵਿੱਚ ਵੱਡੀ ਪ੍ਰੋਬਲਮ ਆਈ ਸੀਗੀ ਬੈਂਕਾਂ ਨੂੰ ਯੂਜ਼ ਕਰਨ ਦੇ ਲਈ। ਤੇ ਅੱਜ ਫਿਰ ਜਿਹੜੇ ਆਪਣਾ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਕਿ 1 ਮਹੀਨਾ ਹੋਰ ਜਿਹੜਾ ਬਾਰਡਰ ਉਹ ਕਲੋਜ਼ ਰਹੇਗਾ, ਭਾਵ ਜਿਹੜੇ ਵੀ ਲੋਕ ਟਰੱਕ ਡਰਾਈਵਰ ਸਾਡੇ ਬਾਰਡਰ ਕ੍ਰਾਸ ਕਰਕੇ ਜਾਂਦੇ ਨੇ ਉਹਨਾਂ ਦੇ ਲਈ ਹਲੇ ਇਹ ਸਰਵਿਸਿਜ਼ ਏਡੀ ਛੇਤੀ ਖੁੱਲ੍ਹਣ ਵਾਲੀ ਨਹੀਂ ਹੈ। ਉਹਨਾਂ ਨੂੰ ਡਰਾਈਵ ਥਰੂ ਜਾਂ ਫਿਰ ਉਹਨਾਂ ਨੂੰ ਆਪਣੀਆਂ ਦੂਸਰੀਆਂ ਸਰਵਿਸਿਜ਼ ਨੇ ਚੈੱਕ ਜਮ੍ਹਾਂ ਕਰਾਉਣ ਵਗੈਰਾ ਦੀਆਂ ਉਹੀ ਵਰਤਣੀਆਂ ਪੈਣੀਆਂ ਨੇ। ਸੋ ਬੈਂਕਾਂ ਦੇ ਉੱਤੇ ਤੇ ਨਾਲ ਦੀ ਨਾਲ ਗਰੋਸਰੀ ਸਟੋਰਾਂ ਦੇ ਉੱਤੇ ਇਹ ਲੰਬੀਆਂ ਲਾਈਨਾਂ ਦੀ ਪ੍ਰੋਬਲਮ ਇੱਥੇ ਜ਼ਰੂਰ ਆਈ ਹੈ। ਬਾਕੀ ਹੋਰ ਜਿਵੇਂ ਜਿਵੇਂ ਖੁੱਲ੍ਹਣਗੇ ਉਵੇਂ ਫਿਰ ਲੋਕ ਇਸ ਨੂੰ ਯੂਜ਼ ਹੁੰਦੇ ਰਹਿਣਗੇ ਤੇ ਨਾਲ ਦੀ ਨਾਲ ਅੱਗੇ ਨਾਲੋਂ ਕੁਝ ਚੇਂਜਸ ਕਾਫੀ ਆ ਰਹੀਆਂ ਨੇ। ਨਵੇਂ ਨਾਰਮਲਸ ਨੇ ਜਿਹੜੇ, ਜਿਸ ਤਰ੍ਹਾਂ ਨਵੇਂ ਢੰਗ ਨਾਲ ਜ਼ਿੰਦਗੀ ਜਿਉਣ ਦਾ ਜੋ ਸਲੀਕਾ ਇਹਨੇ COVID-19 ਨੇ ਸਿਖਾਇਆ ਸਾਨੂੰ, ਉਹਨੂੰ ਵਰਤਿਆ ਜਾ ਰਿਹਾ ਵਾ। ਸੋ ਇਸ ਤੋਂ ਇਲਾਵਾ ਸਾਡੇ ਹੋਰ ਟਰੱਕਿੰਗ ਵਾਲਿਆਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਟਰੱਕਿੰਗ ਅੱਜ ਕੰਸਟਰਕਸ਼ਨ ਤੋਂ ਬਾਅਦ ਕਾਫੀ ਖੁੱਲ ਜਾਵੇਗੀ। ਸੋ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ontario ਦੇ ਵਿੱਚ। ਬਿਲਕੁਲ ਜੀ, 21 ਤਰੀਕ ਤੱਕ ਜਿਹੜਾ ਨੇ ਬਾਰਡਰ ਹੈ ਉਹ ਬੰਦ ਕਰ ਦਿੱਤਾ ਗਿਆ ਹੈਗਾ ਆ, ਕਿਉਂਕਿ 21 ਮਈ ਤੱਕ ਜਿਹੜਾ ਕੰਟਰੈਕਟ ਹੋਇਆ ਸੀ ਹੁਣ 1 ਮਹੀਨਾ ਹੋਰ ਕੰਟਰੈਕਟ ਨੂੰ ਅੱਗੇ ਵਧਾ ਦਿੱਤਾ ਗਿਆ ਤੇ 21 ਜੂਨ ਤੱਕ ਹੁਣ ਕੰਟਰੈਕਟ ਹੋਇਆ ਹੈ ਕਿ ਬਾਰਡਰ ਕਲੋਜ਼ ਰਹਿਣਗੇ। ਸੋ ਜੋ ਕਿ ਬਹੁਤ ਸੁਰੱਖਿਅਤ ਹੈ। ਜਿਹੜਾ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਫੈਡਰਲ ਸਰਕਾਰ ਨੂੰ ਕਿ ਤੁਹਾਨੂੰ ਇਹ ਬਾਰਡਰ ਜਿਹੜੇ ਨੇ ਉਹ ਬੰਦ ਰੱਖਣੇ ਪੈਣੇ ਆ, ਨਹੀਂ ਤਾਂ ਹੋਰ ਜਿਹੜੀ ਦੂਸਰੀ ਵੇਵ ਆ ਸਕਦੀ ਹੈ। ਹੁਣ ਦੂਸਰੀ ਵੇਵ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ ਨੇ ਉਹਨਾਂ ਦਾ ਵਾਪਸ ਆਉਣ ਦੇ ਨਾਲ ਇਹ ਜਿਹੜੀ ਵੇਵ ਹੈ ਉਹ ਆ ਸਕਦੀ ਹੈ, ਕੇਸ ਜ਼ਿਆਦਾ ਵੱਧ ਸਕਦੇ ਆ। ਹੁਣ ਜੇ ਅਸੀਂ ਗੱਲ ਕਰਦੇ ਹਾਂ ਸਾਡੇ ਜਿਹੜੇ ਲੋਕ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀਜ਼ ਦੇ ਵਿੱਚ ਫਸੇ ਹੋਏ ਸੀ ਉਹ ਵਾਪਸ ਆ ਰਹੇ ਨੇ, 14 ਦਿਨ ਕੁਆਰੰਟੀਨ ਕਰ ਰਹੇ ਨੇ, ਘਰਾਂ ਦੇ ਵਿੱਚ ਰਹਿ ਰਹੇ ਨੇ, ਆਪਣਾ ਪਲਾਨ ਸਬਮਿਟ ਕਰ ਰਹੇ ਨੇ। ਜੇ ਉਹਨਾਂ ਕੋਲ ਪਲਾਨ ਨਹੀਂ ਹੈਗਾ ਤਾਂ ਸਰਕਾਰ ਉਹਨਾਂ ਨੂੰ ਰਹਿਣ ਦਾ ਬੰਦੋਬਸਤ ਕਰ ਰਹੀ ਹੈਗੀ ਹੈ। ਸੋ ਹੁਣ ਜਿਹੜੇ ontario ਦੇ ਵਿੱਚ ਲੋਕ ਹੈਗੇ ਆ ਉਹ ਵੀ ਵਾਪਸ ਜਾ ਰਹੇ ਨੇ, ਜਿਹੜੇ ਇੱਥੇ ਸੀਗੇ, ਜਿਹੜੇ ਹੋਰ ਕੰਟਰੀ ਦੇ ਸੀ, ਖਾਸ ਕਰਕੇ ਇੰਡੀਆ ਦੇ ਲੋਕ ਸੀਗੇ। ਸੋ ਜਿਹੜੇ ਇੱਥੇ ਘੁੰਮਣ ਫਿਰਨ ਆਏ ਹੋਏ ਸੀ ਉਹ ਵੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ। ਕੀ ਸਥਿਤੀ ਹੈ, ਕੀ ਮਾਹੌਲ ਹੈ ਇੱਥੇ, ਕਿੰਨੇ ਕੁ ਲੋਕ ਸਟੇਟ ਦੇ ਵਿੱਚ ਵਾਪਸ ਆ ਰਹੇ ਨੇ ਤੇ ਕਿੰਨੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ? ਅੱਜ ਸੁਬਾਹ ਮੇਰੀ ਸਾਡੇ ਇੱਥੋਂ ਦੇ ਕੌਂਸਲ ਜਨਰਲ ਨੇ ਉਹਨਾਂ ਨਾਲ ਗੱਲਬਾਤ ਹੋਈ ਸੀਗੀ। ਉਹਨਾਂ ਨੇ ਦੱਸਿਆ ਕਿ 6000 ਪਲੱਸ ਲੋਕਾਂ ਵੱਲੋਂ ਕੌਂਸਲ ਜਨਰਲ ਦੇ ਆਫਿਸ ਦੇ ਨਾਲ ਰਜਿਸਟਰ ਕੀਤਾ ਹੋਇਆ, ਜਿਹੜੇ ਇੱਥੋਂ ontario ਤੋਂ ਵਾਪਸ ਜਿਨ੍ਹਾਂ ਨੇ ਇੰਡੀਆ ਜਾਣਾ, ਜਿਹੜੇ ontario ਤੋਂ ਇੱਥੇ ਵਿਜ਼ਿਟ ਕਰਨ ਆਏ ਹੋਏ ਸੀਗੇ ਉਹਨਾਂ ਨੇ ਵਾਪਸ ਇੰਡੀਆ ਜਾਣਾ ਹੈ। ਸੋ 3 ਫਲਾਈਟਾਂ ਨੇ ਜਿਹੜੀਆਂ ਆ ਰਹੀਆਂ ਨੇ, ਇੱਕ ਕੱਲ੍ਹ ਨੂੰ ਆਉਣੀ ਹੈ ਤੇ ਇੱਕ ਫਿਰ ਤੇ ਇੱਕ 25 ਤਰੀਕ ਤੱਕ 3 ਫਲਾਈਟਾਂ ਜਿਹੜੀਆਂ ਨੇ ਏਅਰ ਇੰਡੀਆ ਦੀਆਂ ਅਰੇਂਜ ਕੀਤੀਆਂ ਹੋਈਆਂ ਨੇ। ਜਿਹੜੀ ਪਹਿਲੀ ਫਲਾਈਟ ਆ ਉਹ ਦੋਨੇ ਪਾਸਿਆਂ ਤੋਂ ਇੱਕ ਤਰ੍ਹਾਂ ਓਵਰਬੁੱਕਡ ਆ, ਫਿਰ ਦੂਸਰੀ ਫਲਾਈਟ ਵੀ ਫੁੱਲ ਹੈ ਤੇ ਤੀਸਰੀ ਦਾ ਵੀ ਮੈਨੂੰ ਅਜੇ ਤੱਕ ਪਤਾ ਨਹੀਂ ਗਿਆ ਕਿ ਤੀਸਰੀ ਫਲਾਈਟ ਸੋਲਡ ਆਊਟ ਹੋ ਚੁੱਕੀ ਹੈ ਜਾਂ ਨਹੀਂ। ਸੋ 3 ਫਲਾਈਟਾਂ ਇੱਥੋਂ ਤੇ 2 ਫਲਾਈਟਾਂ ਤੁਹਾਡੇ ਵੈਨਕੂਵਰ ਤੋਂ, 5 ਫਲਾਈਟਾਂ ਏਅਰ ਇੰਡੀਆ ਦੀਆਂ ਆ ਰਹੀਆਂ ਨੇ। ਪਰ ਏਅਰ ਇੰਡੀਆ ਦੀ ਜਿਹੜੀ ਇੱਥੇ ਸਾਡੇ ਕੌਂਸਲ ਜਨਰਲ ਵੱਲੋਂ ਇੱਕ ਕੌਂਸਲ ਜਨਰਲ CGI ਸਹਿਯੋਗ ਗਰੁੱਪ ਬਣਾਇਆ ਗਿਆ ਸੀਗਾ
ਅਰਸ਼ਦੀਪ ਜੀ ਜਿਹੜੇ ਤਾਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਕੋਲੇ ਲੋਕ ਆਏ ਨੇ ਉਹਨਾਂ ਦੇ ਲਈ ਤਾਂ ਸੌਖਾ ਸੀਗਾ ਕਿ ਉਹਨਾਂ ਦੇ ਕੋਲ ਹੀ ਰਹਿ ਰਹੇ ਸੀ, ਪਰ ਜਿਹੜੇ ਵੈਸੇ ਹੀ ਘੁੰਮਣ ਲੋਕ ਆਏ ਸੀਗੇ ਜਿਨ੍ਹਾਂ ਦੇ ਪਾਸ ਇੱਥੇ ਰਿਸ਼ਤੇਦਾਰ ਮਿੱਤਰ ਨਹੀਂ ਸੀ, ਜਿਨ੍ਹਾਂ ਨੇ ਹਫ਼ਤਾ ਹੋਟਲ 'ਚ ਠਹਿਰਨਾ ਸੀ ਜਾਂ ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਬੰਦੋਬਸਤ ਸੀਗਾ, ਉਹਨਾਂ ਦੇ ਲਈ ਬੜੀ ਇੱਥੇ ਮੁਸ਼ਕਲ ਆ ਗਈ ਸੀਗੀ। ਤੇ ਉਹਨਾਂ ਦੇ ਲਈ ਫਿਰ ਕੌਂਸਲ ਜਨਰਲ ਨੇ ਇੱਕ ਸਹਿਯੋਗ ਗਰੁੱਪ ਬਣਾ ਕੇ ਉਹਨਾਂ ਨੂੰ ਕਾਫੀ ਜਿਹੜੀ ਮਦਦ ਆ ਉਹ ਮੁਹੱਈਆ ਕੀਤੀ ਤੇ ਉਹਨਾਂ ਨੂੰ ਵੀ ਹੁਣ ਇਸ ਸਮੇਂ ਅੱਜ ਰਾਹਤ ਜਿਹੜੀ ਮਿਲ ਰਹੀ ਹੈ ਕਿ ਕੱਲ ਉਹਨਾਂ ਦੀ ਪਹਿਲੀ ਫਲਾਈਟ ਆ, ਪਰਸੋਂ ਨੂੰ ਉਹਨਾਂ ਦੀ ਪਹਿਲੀ ਫਲਾਈਟ ਆ ਇੱਥੋਂ ਜਾਵੇਗੀ, ਫਿਰ ਉਸ ਤੋਂ ਬਾਅਦ ਅਗਲੀ 3 ਫਲਾਈਟਾਂ ਦੇ ਵਿੱਚ ਲੈ ਕੇ ਜਾਣਗੇ। ਬਾਕੀ ਫਿਰ ਜਿਹੜੇ ਹੋਰ ਦੇਖਣਗੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਹੋਰ ਫਲਾਈਟਾਂ ਉਹਨਾਂ ਦੇ ਲਈ ਅਰੇਂਜ ਕੀਤੀਆਂ ਜਾਣਗੀਆਂ। ਏਅਰ ਇੰਡੀਆ ਦੀ ਫਲਾਈਟ ਦੀ ਸਭ ਤੋਂ ਪਹਿਲਾਂ ਤਾਂ ਉਮੀਦ ਇਹ ਸੀਗੀ ਕਿ ਇਹਦੀ ਜਿਹੜੀ ਟਿਕਟ ਹੈ ਉਹ ਜਿਹੜੀ ਕਤਰ ਏਅਰਵੇਜ਼ ਆਉਂਦੀ ਆ ਉਹਦੇ ਨਾਲ ਘੱਟ ਹੋਵੇਗੀ, ਪਰ ਅਜਿਹਾ ਹੋਇਆ ਨਹੀਂ ਗਾ। ਇਸ ਦੀ ਵੀ ਟਿਕਟ ਆ ਜਿਹੜੀ ਇੱਧਰੋਂ ਲੋਕਾਂ ਨੇ ਉੱਧਰ ਨੂੰ ਜਾਣਾ $2400-2500 ਦੇ ਕਰੀਬ ਹੈ, ਤੇ ਜਿਹੜੇ ਉਹ ਲੋਕ ਉੱਧਰੋਂ ਇੱਧਰ ਨੂੰ ਆ ਰਹੇ ਨੇ ਉਹਨਾਂ ਦੀ ਵੀ $2500 ਤੋਂ ਲੈ ਕੇ $3000 ਦੇ ਕਰੀਬ ਹੈ। ਸੋ ਵੱਖਰੇ ਵੱਖਰੇ ਪ੍ਰਾਈਸ ਨੇ ਸੀਟਾਂ ਦੇ ਹਿਸਾਬ ਦੇ ਨਾਲ, ਉਹ ਵੀ ਕਾਫੀ ਮਹਿੰਗੀ ਹੈ। $3000 ਤੱਕ ਲੋਕਾਂ ਨੂੰ ਟਿਕਟ ਉਹ ਪੈ ਰਹੀ ਹੈ। ਪਰ ਉਹਦੀ ਖੁਸ਼ੀ ਦੀ ਇਹ ਗੱਲ ਹੈ ਜਿਹਨੂੰ ਟਿਕਟ ਮਿਲ ਗਈ, ਚਾਹੇ ਉਹ PR ਆ ਤੇ ਚਾਹੇ ਉਹ ਸਿਟੀਜ਼ਨ ਆ, ਇਹਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਜਿਹੜੀ ਕਤਰ ਏਅਰਵੇਜ਼ ਲੈ ਕੇ ਆ ਰਹੀ ਹੈ ਸਿਰਫ ਸਿਟੀਜ਼ਨ ਨੂੰ ਪਹਿਲ ਦੇ ਰਹੀ ਹੈ, ਲੇਕਿਨ ਏਅਰ ਇੰਡੀਆ ਦੇ ਵਿੱਚ ਕੁਛ ਐਸਾ ਉਹਨਾਂ ਨੇ ਨਹੀਂ ਕੀਤਾ ਗਾ। ਸੋ ਇੱਥੇ ਜਿਹੜੇ ਲੋਕ ਫਸੇ ਹੋਏ ਸੀਗੇ ਵੱਡੀ ਗਿਣਤੀ ਦੇ ਵਿੱਚ, ਇਹਨਾਂ ਨੇ ਵਾਪਸ ਜਾਣਾ ਸੀਗਾ, ਉਹਨਾਂ ਦੇ ਲਈ ਵੀ ਇਹ ਰਾਹਤ ਦੀ ਗੱਲ ਆ। ਬਿਲਕੁਲ, ਇਹ ਜਿਹੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਜਿਹੜੇ PR ਉੱਥੇ ਫਸੇ ਹੋਏ ਸੀ ਉਹਨਾਂ ਨੂੰ ਵੀ ਟਿਕਟ ਮਿਲ ਗਈਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਉਹ ਬੁੱਕ ਵੀ ਕਰਾਈਆਂ ਨੇ। ਸੋ ਮੇਰੀ ਵੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋ ਰਹੀ ਸੀ ਤੇ ਉਹ ਵੀ ਕਹਿ ਰਹੇ ਸੀ ਕਿ ਅਸੀਂ ਉਹ ਬੁੱਕ ਕਰਵਾ ਲਈ ਹੈ, PR ਨੇ ਉਹ, ਤੇ ਉਹ ਵਾਪਸ ਆ ਰਹੇ ਨੇ। ਉਹ ਗਵਰਨਮੈਂਟ ਤੋਂ ਅਲੱਗ ਜਿਹੜੀ ਹੈ ਉਹ ਏਅਰਲਾਈਨ ਕੀਤੀ ਗਈ ਹੈ। ਪਰ ਇੱਥੇ ਸੋਚਣਾ ਬਣਦਾ ਹੈ ਕਿ ਜੇ ਉਹ ਡਬਲ ਸਾਈਡ ਤੇ ਪੈਸੇਂਜਰ ਲੈ ਕੇ ਵੀ ਆ ਰਹੀ ਹੈ, ਜਾ ਵੀ ਰਹੀ ਹੈ, ਤਾਂ ਫੇਅਰ ਜਿਹੜਾ ਨੇ ਉਸ ਬਰਾਬਰ ਕਿਉਂ ਕੀਤਾ ਗਿਆ ਹੈ? ਇਹ ਸਾਨੂੰ ਜ਼ਰੂਰ ਆਪਣੇ MPs ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ ਹੈ ਕਿ ਇਹ ਕਿਉਂ ਹੋ ਰਿਹਾ ਹੈਗਾ ਆ। ਸੋ ਕੁਆਰੰਟੀਨ ਦੀ ਅਸੀਂ ਗੱਲ ਕੀਤੀ ਸੀ ਕਿ 14 ਦਿਨ ਦੇ ਲਈ ਕੁਆਰੰਟੀਨ ਕਰਦਾ, ਕੀ ਇੱਥੇ ਲੋਕ ਫੋਲੋ ਕਰ ਰਹੇ ਨੇ? ਕਿਉਂਕਿ BC ਦੇ ਵਿੱਚ ਇਦਾਂ ਹੋ ਰਿਹਾ ਕਿ ਉਹਨਾਂ ਨੂੰ ਜਿਹੜੇ ਸਿਟੀ ਦੇ ਵਿੱਚ ਨੇ ਬਾਇਲੋ ਆਫੀਸਰਸ ਨੇ ਜਾਂ RCMP ਤੋਂ ਨੇ ਜਾਂ ਜਿਹੜੇ ਵੀ ਅਧਿਕਾਰੀ ਉਹਨਾਂ ਨਾਲ ਗੱਲ ਕਰ ਰਹੇ ਨੇ, ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਨੇ ਕਿ ਤੁਸੀਂ ਫੋਲੋ ਕਰ ਰਹੇ ਹੋ ਕਿ ਨਹੀਂ ਕਰ ਰਹੇ। ਈਵਨ ਜੇ ਉਹਨਾਂ ਨੂੰ ਕੋਈ ਸ਼ਿਕਾਇਤ ਵੀ ਮਿਲਦੀ ਹੈ ਤਾਂ ਉਹਨਾਂ ਦੇ ਘਰ ਜਾ ਕੇ ਜ਼ਰੂਰ ਦੇਖ ਕੇ ਆਉਂਦੇ ਆ ਕਿ ਕੀ ਉਹ ਪਰਸਨ ਰਹਿ ਰਿਹਾ ਹੈਗਾ ਆ ਕੁਆਰੰਟੀਨ ਦੇ ਵਿੱਚ, ਐਕਚੁਅਲ ਦੇ ਵਿੱਚ ਰਹਿ ਰਿਹਾ, ਬਾਹਰ ਤਾਂ ਨਹੀਂ ਆ ਰਿਹਾ, ਕਿਸੇ ਨਾਲ ਘੁੰਮ ਫਿਰ ਤਾਂ ਨਹੀਂ ਰਿਹਾ। ਇੱਥੇ ਲੋਕ ਕੁਆਰੰਟੀਨ ਨੂੰ ਕਿੱਦਾਂ ਲੈ ਰਹੇ ਨੇ? ਕੀ ਫੋਲੋ ਕਰ ਰਹੇ ਨੇ ਰੂਲਸ ਐਂਡ ਰੈਗੂਲੇਸ਼ਨਸ? ਜਦੋਂ 에ਅਰਪੋਰਟ ਤੇ ਲੋਕ ਉਤਰਦੇ ਨੇ ਕੋਈ ਬਹੁਤੀ ਸਖਤੀ ਉਹਨਾਂ ਦੇ ਨਹੀਂ ਵਰਤੀ ਜਾਂਦੀ ਕਿ ਤੁਸੀਂ ਕੁਆਰੰਟਾਈਨ ਹੋਣਾ। ਸਿਰਫ ਉਹਨਾਂ ਨੂੰ ਕਹਿ ਦਿੱਤਾ ਜਾਂਦਾ, ਪਹਿਲਾਂ ਤਾਂ ਉਹਨਾਂ ਨੂੰ ਸਿੰਪਲ ਸਵਾਲ ਪੁੱਛਦੇ ਆ ਕਿ ਤੁਸੀਂ ਠੀਕ ਹੋ, ਤੁਹਾਨੂੰ ਬੁਖਾਰ ਤਾਂ ਨਹੀਂ ਤੇ ਕੋਈ ਹੋਰ ਸਿੰਪਟਮ ਤਾਂ ਨਹੀਂ। ਜਦੋਂ ਅਗਲੇ ਨਾ ਕਹਿ ਦਿੰਦੇ ਆ ਤੇ ਫਿਰ ਇੱਕ ਪਰਚਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ, ਫਲਾਇਰ, ਉਹਦੇ ਤੇ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਨੇ ਕਿ ਆਹ ਰੂਲ ਤੁਸੀਂ ਫੋਲੋ ਕਰਨੇ ਆ। ਕੁਆਰੰਟਾਈਨ ਕਰਨ ਦੇ ਲਈ, ਸੈਲਫ ਆਈਸੋਲੇਸ਼ਨ ਦੇ ਵਿੱਚ ਜਾਣ ਦੇ ਲਈ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ। ਸ਼ੁਰੂ ਦੇ ਵਿੱਚ ਜਦੋਂ ਇਹ ਫਲਾਈਟਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਦੇ ਵਿੱਚ ਇਹ ਗੱਲ ਉੱਡੀ ਸੀਗੀ ਕਿ RCMP ਵਾਲੇ ਆ ਕੇ ਘਰੋਂ ਘਰੀ ਚੈੱਕ ਕਰਕੇ ਜਾਂਦੇ ਨੇ ਕਿ ਤੁਸੀਂ ਕੁਆਰੰਟਾਈਨ ਹੋਏ ਹੋ ਵੀ ਨਹੀਂ ਵੀ ਹੋਏਗੇ, ਤੇ ਜਿਹੜੇ ਨਹੀਂ ਹੋਏਗੇ ਤੇ ਉਹਨਾਂ ਨੂੰ ਟਿਕਟਾਂ ਜਿਹੜੀ ਦਿੱਤੀ ਜਾਂਦੀ ਹੈ। ਪਰ ਅਜਿਹਾ ਕੇਸ ਕੋਈ ਹਜੇ ਸਾਹਮਣੇ ਨਹੀਂ ਆਇਆਗਾ ਜਿਹੜਾ ਜਿਹਨੇ ਸਾਨੂੰ ਜਿੱਥੋਂ ਸਾਨੂੰ ਪਤਾ ਲੱਗਿਆ ਹੋਵੇ ਕਿ ਕੋਈ ਉੱਥੋਂ ਇੰਡੀਆ ਤੋਂ ਆਇਆ, ਉਹਨੇ ਆਪਣੇ ਆਪ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਨਹੀਂ ਰੱਖਿਆ ਤੇ ਉਹਨੂੰ ਕੋਈ ਵੱਡਾ ਜੁਰਮਾਨਾ ਹੋਇਆ। ਸਾਡੇ ਧਿਆਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਆਏਗੀ। ਵੈਸੇ ਇਹ ਗੱਲ ਚੱਲਦੀ ਰਹੀ ਹੈ ਕਿ RCMP ਵਾਲੇ ਫੋਨ ਵੀ ਕਰਦੇ ਨੇ ਤੇ ਚੈੱਕ ਵੀ ਕਰਦੇ ਨੇ। ਇੱਥੇ ਕੈਨੇਡਾ ਦੀ ਇੱਕ ਵੱਡੀ ਘਾਟ ਹੈ, ਇਹਦੇ ਲਈ ਇੰਨੇ ਆਪਣੇ ਕੋਲੇ ਨਾ ਤਾਂ CBSA ਦੇ ਆਫੀਸਰ ਨੇ, ਨਾ ਸਾਡੇ ਕੋਲੇ ਇੰਨੇ ਡਾਕਟਰਸ ਨੇ ਜਿਹੜੇ ਉੱਥੇ ਉਤਰਦਿਆਂ ਦੇ ਜਿਹੜੇ ਟੈਸਟ ਉਹ ਕੀਤੇ ਜਾਣ ਰਾਈਟ ਵੇ, ਤੇ ਜਿੰਨੇ ਪੈਸੇਂਜਰ ਉਤਰਦੇ ਨੇ ਉਹਨਾਂ ਦਾ ਟੈਸਟ ਕਰਕੇ ਜਿਹੜੇ ਪੋਜ਼ਿਟਿਵ ਨੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ ਜਾਂ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਵੇ। ਮੈਨੂੰ ਇੱਦਾਂ ਦੇ ਕੇਸ ਜ਼ਰੂਰ ਪਤਾ ਹੈ ਜਿਹੜੇ ਪਹਿਲੀਆਂ ਫਲਾਈਟਾਂ ਦੇ ਵਿੱਚ ਇੰਡੀਆ ਤੋਂ ਆਏ ਨੇ ਔਰ ਜਿਨ੍ਹਾਂ ਨੂੰ ਸਿੰਪਟਮ ਸੀਗੇ, ਗੋਲੀਆਂ ਲੈ ਕੇ ਜਾਂ ਫਿਰ ਝੂਠ ਬੋਲ ਕੇ ਉਹ ਆਪਣਾ ਬੁਖਾਰ ਸੈੱਟ ਕਰਕੇ ਉਨੀ ਦੇਰ ਲਈ ਇੱਥੇ ਆਏ ਨੇ ਤੇ ਇੱਥੇ ਜਾ ਕੇ ਫਿਰ ਉਹਨਾਂ ਨੂੰ ਹਸਪੀਟਲ ਜਾਣਾ ਪਿਆ। ਇੱਦਾਂ ਦੇ ਕੇਸ ਮੇਰੇ ਜ਼ਰੂਰ ਕੁਛ ਸਾਹਮਣੇ ਆਏ ਨੇ। ਪਰ ਜਿਹੜਾ ਕਿ ਕਿਸੇ ਤਰ੍ਹਾਂ ਦਾ ਕੁਆਰੰਟਾਈਨ ਨਾ ਹੋਣ ਦੇ ਉੱਤੇ ਜਾਂ ਸੈਲਫ ਆਈਸੋਲੇਸ਼ਨ 'ਚ ਨਾ ਜਾਣ ਤੇ ਜੁਰਮਾਨੇ ਦਾ ਕੋਈ ਕੇਸ ਮੈਨੂੰ ਸਾਹਮਣੇ ਨਹੀਂ ਹੈਗਾ। ਬਿਲਕੁਲ ਜੀ। ਤੇ ਟੈਸਟ ਦੀ ਜੇ ਅਸੀਂ ਗੱਲ ਕੀਤੀ ਸੀਗੀ ਕਿ ਟੈਸਟ ਨਹੀਂ ਹੋ ਰਹੇ ਉਨੇ ਜਿੰਨੇ ਹੋਣੇ ਚਾਹੀਦੇ ਨੇ। ਓਨਟਾਰੀਓ ਦੇ ਵਿੱਚ ਫਿਰ ਵੀ ਲੱਖਾਂ ਦੇ ਵਿੱਚ ਟੈਸਟ ਹੋ ਰਹੇ ਨੇ, ਹਜ਼ਾਰਾਂ ਦੇ ਵਿੱਚ ਟੈਸਟ ਹੋ ਰਹੇ ਨੇ, ਸੌਰੀ। ਤੇ ਪਰ BC ਦੇ ਵਿੱਚ ਸਿਰਫ ਉਹਨਾਂ ਦੇ ਟੈਸਟ ਹੀ ਹੋ ਰਹੇ ਨੇ ਜਿਨ੍ਹਾਂ ਨੂੰ ਸਿੰਪਟਮ ਨੇ। ਸਿਰਫ ਉਹੀ ਲੋਕ ਜਿਹੜੇ ਟੈਸਟ ਕਰਵਾਉਣ ਦੇ ਲਈ ਜਾ ਰਹੇ ਨੇ। ਤੇ ਓਨਟਾਰੀਓ ਦੇ ਵਿੱਚ ਵੀ ਸਿੰਪਟਮ ਵਾਲੇ ਜਾ ਰਹੇ ਨੇ ਕਿ ਰੈਂਡਮਲੀ ਸਾਰਿਆਂ ਦੇ ਹੋ ਰਹੇ ਨੇ ਟੈਸਟ? ਇੱਥੇ ਇਹਨਾਂ ਨੇ ਡਰਾਈਵ ਥਰੂ ਟੈਸਟ ਸੈਂਟਰ ਬਣਾਏ ਹੋਏ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਲੰਟੀਅਰ ਤੌਰ ਤੇ ਤੁਸੀਂ ਖੁਦ ਆਪ ਜਾਂਦੇ ਹੋ, ਜੇ ਤੁਸੀਂ ਸਿੱਖ ਹੋ, ਕਿਸੇ ਤਰ੍ਹਾਂ ਦਾ ਫਲੂ ਹੋ ਗਿਆ, ਤੁਹਾਨੂੰ ਲੱਗਦਾ ਹੈ ਕਿ ਸਿੰਪਟਮ ਨੇ,
ਤੇ ਜਦੋਂ ਤੁਸੀਂ ਡਰਾਈਵ ਥਰੂ ਦੇ ਵਿੱਚ ਜਾਂਦੇ ਹੋ ਪਹਿਲਾਂ ਤੁਹਾਨੂੰ ਉਹ ਇੱਕ ਪੇਪਰ ਦਿੰਦੇ ਨੇ ਭਰਨ ਨੂੰ ਤੇ ਉਹਦੇ ਤੇ ਤੁਹਾਡੇ ਨਾਲ ਡਾਕਟਰ ਗੱਲ ਕਰਦਾ ਹੈ। ਡਾਕਟਰ ਗੱਲ ਕਰਕੇ ਤੁਹਾਡੇ ਸਿੰਪਟਮਸ ਚੈੱਕ ਕਰਦਾ, ਜੇ ਉਹਨੂੰ ਲੱਗਦਾ ਕਿ ਯੈਸ ਇਹ ਕਰੋਨਾ ਵਾਇਰਸ ਦੇ ਸਿੰਪਟਮਸ ਨੇ ਫਿਰ ਹੀ ਤੁਹਾਨੂੰ ਸੈਕਿੰਡ ਟੈਸਟ ਦੇ ਵਾਲੇ ਕੋਲੇ ਭੇਜਦੇ ਆ, ਨਹੀਂ ਫਿਰ ਉੱਥੋਂ ਹੀ ਵਾਪਸ ਮੋੜ ਦਿੰਦੇ ਨੇ। ਅੰਟਾਰੀਓ ਦੀ ਕੈਪੈਸਿਟੀ ਇਸ ਸਮੇਂ ਟੈਸਟ ਕਰਨ ਦੀ 15,000 ਪਰ ਡੇ ਦੇ ਕਰੀਬ ਆ ਔਰ 11, 12, 13, 14,000 ਤੱਕ ਪਰ ਡੇ ਟੈਸਟ ਬੀਤੇ ਦਿਨਾਂ 'ਚ ਕੀਤੇ ਜਾ ਚੁੱਕੇ ਨੇ। ਸੋ ਇਹ ਤਾਂ ਜਿੰਨੇ ਲੋਕ ਉੱਥੇ ਜਾਂਦੇ ਨੇ ਟੈਸਟ ਕਰਨ ਦੇ ਲਈ ਉਹੀ ਉਹਨਾਂ ਦੇ ਹੀ ਟੈਸਟ ਹੁੰਦੇ ਨੇ। ਇਹ ਤਾਂ ਨਹੀਂ ਹੈਗਾ ਕਿ ਵੀ ਉਹ ਲੋਕਾਂ ਨੂੰ ਆਮ ਸੱਦਦੇ ਨੇ ਵੀ ਤੁਸੀਂ ਆ ਕੇ ਆਪਣੇ ਟੈਸਟ ਕਰਾਓ। ਜਿਹਦੇ ਸਿੰਪਟਮਸ ਜਿਹਨੂੰ ਲੱਗਦਾ ਹੈ ਕਿ ਮੈਂ ਸਿੱਖ ਹੋ ਗਿਆ ਉਹੀ ਜਾ ਕੇ ਆਪਣੇ ਸਿੰਪਟਮ ਚੈੱਕ ਕਰਾਉਂਦਾ ਹੈ। ਸੋ ਬਹੁਤੇ ਲੋਕ ਨੇ ਜਿਹੜੇ ਪਹਿਲਾਂ ਡਾਕਟਰ ਹੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਮੋੜ ਦਿੰਦਾ ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਡਾਕਟਰ ਨੂੰ ਵੀ ਹਾਂ ਇਹਦੇ ਸਿੰਪਟਮ ਸਹੀ ਨੇ ਤੇ ਉਹਨੂੰ ਹੀ ਅੱਗੇ ਉਹ ਸਵੈਬ ਟੈਸਟ ਦੇ ਲਈ ਭੇਜਦੇ ਨੇ। ਬਿਲਕੁਲ ਮਿਸਟਰ ਅਗਰਵਾਲ, ਜਿੱਦਾਂ ਤੁਸੀਂ ਦੱਸਿਆ ਕਿ ਲੋਕ ਹੁਣ ਜਾ ਰਹੇ ਨੇ ਪਹਿਲੇ ਫੇਜ਼ ਦੇ ਵਿੱਚ, ਆਪਣੇ ਬਿਜ਼ਨਸ ਵੀ ਖੋਲ ਰਹੇ ਨੇ। ਹੁਣ ਅਗਲੇ ਦਿਨਾਂ ਦੇ ਵਿੱਚ ਦੇਖਣਾ ਬਣਦਾ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਕਿਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ, ਲੋਕ ਕਿੱਦਾਂ ਕੋਆਪਰੇਟ ਕਰਦੇ ਨੇ ਗਾਈਡਲਾਈਨਸ ਨੂੰ। ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ ਗਾਈਡਲਾਈਨਸ ਨੂੰ ਫੋਲੋ ਕਰਨ ਦੇ ਬਾਰੇ? ਦੇਖੋ, ਅਸੀਂ ਇਸ ਨੂੰ ਸੀਰੀਅਸ ਨਹੀਂ ਲਿਆ ਸੀਗਾ ਇੱਥੇ, ਪਰ ਜਦੋਂ ਸਾਡੇ ਲਿਮੋ ਟੈਕਸੀ ਵਾਲੇ ਡਰਾਈਵਰਸ ਉਹਨਾਂ ਦੀ ਡੈਥ ਹੋਣੀ ਸ਼ੁਰੂ ਹੋਈ ਤੇ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਡੈਥ ਹੋਣੀ ਸ਼ੁਰੂ ਹੋਈ ਤੇ ਉਹਨਾਂ ਦੇ ਵਿੱਚ ਇਹ ਸਾਰਾ ਫੈਲਣਾ ਸ਼ੁਰੂ ਹੋਇਆ ਤੇ ਹੋਰ ਜਿਹੜੇ ਲੋਕਾਂ ਦੇ ਉਹ ਫੈਲਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਥੋੜਾ ਸਹਿਮ ਆਇਆ, ਆਪਣੇ ਪ੍ਰੀਕਾਸ਼ਨਸ ਲੈਣੀਆਂ ਸ਼ੁਰੂ ਕੀਤੀਆਂ ਨੇ ਤੇ ਹੁਣ ਜਿਉਂ-ਜਿਉਂ ਇਹਦੇ ਬਾਰੇ 'ਚ ਅਵੇਅਰਨੈਸ ਹੁੰਦੀ ਜਾ ਰਹੀ ਹੈ ਕਿ ਬਚਾਓ ਦੇ ਵਿੱਚ ਹੀ ਬਚਾਓ ਹੈ। ਇਹਨੇ ਨਾ ਤਾਂ ਕਿਸੇ ਨੂੰ ਇਹ ਦੇਖਣਾ ਕੋਈ ਅਮੀਰ ਆ ਨਾ ਗਰੀਬ ਦੇਖਣਾ ਨਾ ਕੁਛ ਹੋਰ, ਇੱਦਾਂ ਦਾ ਇਹ ਵਾਇਰਸ ਹੈ। ਸੋ ਉਹ ਤੋਂ ਲੋਕ ਕੁਛ ਡਰ ਕੇ ਆਪਣੀਆਂ ਪ੍ਰੀਕਾਸ਼ਨਸ ਲੈਣੀਆਂ ਉਹ ਸ਼ੁਰੂ ਕਰ ਰਹੇ ਨੇ ਔਰ ਜ਼ਰੂਰੀ ਵੀ ਨੇ। ਜਿਸ ਤਰ੍ਹਾਂ ਆਪਾਂ ਨੂੰ ਵਾਰ-ਵਾਰ ਹੈਲਥ ਕੈਨੇਡਾ ਵਾਲੇ ਦੱਸ ਰਹੇ ਨੇ ਕਿ ਹੱਥ ਧੋਣੇ ਜ਼ਰੂਰੀ ਨੇ, ਘਰ ਜਾ ਕੇ ਸਭ ਤੋਂ ਪਹਿਲਾਂ ਹੀ ਆਪਣੇ ਕੱਪੜੇ ਚੇਂਜ ਕਰਨੇ ਨੇ ਜਿਹੜੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਨੂੰ ਇਹਤਿਆਤ ਵਰਤਣਾ ਪੈਣਾ ਹੈ। ਕਿਸੇ ਨੂੰ ਦੂਰੋਂ ਆਪਣਾ ਮਿਲਣ ਦਾ ਜਿਹੜਾ ਗੈਪ ਆ ਉਹ ਸਾਰਾ ਕੁਛ ਰੱਖਣਾ ਪੈਣਾ ਹੈ। ਇਹ ਸਾਰੀਆਂ ਗੱਲਾਂ ਜੋ ਵੀ ਹੈਲਥ ਕੈਨੇਡਾ ਇਸ ਸਮੇਂ ਦੱਸ ਰਿਹਾ ਤੇ ਸਾਨੂੰ ਉਹ ਵਰਤਣੀਆਂ ਪੈਣੀਆਂ। ਪਲੱਸ ਕਿਉਂਕਿ ਸਾਡੇ ਬਿਜ਼ਨਸ ਨੇ ਬਹੁਤ ਸਾਰਿਆਂ ਦਾ ਬਿਜ਼ਨਸ ਦਾ ਨੁਕਸਾਨ ਹੋਇਆ, ਸੋ ਸਪੋਰਟ ਯੋਰ ਲੋਕਲ ਬਿਜ਼ਨਸ। ਜੇ ਕੋਈ ਵੀ ਚੀਜ਼ ਤੁਸੀਂ ਖਰੀਦਦੇ ਹੋ ਇੰਸਟੈਡ ਆਫ ਬਾਇੰਗ ਇਟ ਫਰੋਮ ਐਨੀ ਲਾਰਜਰ ਕਾਰਪੋਰੇਟ ਬਿਜ਼ਨਸ, ਤੁਸੀਂ ਆਪਣੇ ਲੋਕਲ ਬਿਜ਼ਨਸਿਸ ਨੂੰ ਸਪੋਰਟ ਕਰੋ। ਇੱਕ ਦੂਜੇ ਦੀ ਸਪੋਰਟ ਦੇ ਨਾਲ ਹੀ ਆਪਾਂ ਇਸ ਮਹਾਮਾਰੀ ਦੇ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਸਕਣਾ ਹੈ। ਬਿਲਕੁਲ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਸਾਡੇ ਨਾਲ ਜਾਣਕਾਰੀ ਪਹੁੰਚਾਉਣ ਵਾਸਤੇ ਓਨਟਾਰੀਓ ਸਟੇਟ ਦੇ ਬਾਰੇ। ਥੈਂਕ ਯੂ ਸੋ ਮਚ। ਥੈਂਕ ਯੂ। ਅੱਜ ਗੱਲਬਾਤ ਹੋਈ ਸਾਡੇ ਸੀਨੀਅਰ ਜਰਨਲਿਸਟ ਪੰਜਾਬੀ ਪੋਸਟ ਤੋਂ ਜੋ ਜਗਦੀਸ਼ ਗਰੇਵਾਲ ਜੀ ਨੇ। ਉਹਨਾਂ ਨੇ ਸਾਨੂੰ ਦੱਸਿਆ ਕਿ ਓਨਟਾਰੀਓ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਕਿ ਲੋਕ ਕਿੱਦਾਂ ਸਾਥ ਦੇ ਰਹੇ ਨੇ ਗਵਰਨਮੈਂਟ ਦਾ। ਸਾਨੂੰ ਵੀ ਲੋੜ ਹੈਗੀ ਹੈ ਗਾਈਡਲਾਈਨਸ ਨੂੰ ਫੋਲੋ ਕਰਨ ਦੀ। ਬਿਜ਼ਨਸ ਓਪਨ ਹੋ ਰਹੇ ਨੇ ਹੌਲੀ ਹੌਲੀ, ਅਸੀਂ ਨਿਊ ਨਾਰਮਲ ਦੇ ਵਿੱਚ ਆ ਰਹੇ ਹਾਂ। ਨਿਊ ਨਾਰਮਲ ਦੇ ਵਿੱਚ ਵੀ ਸਾਨੂੰ ਉਹੀ ਗਾਈਡਲਾਈਨਸ ਕਿ ਵਾਰ-ਵਾਰ ਹੱਥ ਧੋਵੋ, ਘਰ ਜਾ ਕੇ ਆਪਣੇ ਕੱਪੜੇ ਚੇਂਜ ਕਰੋ, 20 ਸੈਕਿੰਡ ਦੇ ਲਈ ਆਪਣੇ ਹੱਥ ਧੋਵੋ। ਸੋ ਨਾਲ ਅਸੀਂ ਹੋਰ ਵੀ ਅਪਡੇਟਸ ਤੁਹਾਨੂੰ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।